ਸੋ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਸੋ ਆਪਾਂ ਸਟਾਰਟ ਕਰਨ ਲੱਗੇ ਹਾਂ ਮੇਨਲੀ +1 ਕਲਾਸ ਦੇ ਅੰਦਰ ਗ੍ਰੈਵੀਟੇਸ਼ਨ ਚੈਪਟਰ ਜਾਂ CBSE ਦੇ ਅਕੋਰਡਿੰਗ ਆਪਾਂ ਨੂੰ ਆਹ ਸਾਰੇ ਟੌਪਿਕ ਜਿਹੜੇ ਇੱਥੇ ਲਿਖੇ ਹੋਏ ਨੇ, ਕੈਪਲਰ ਦੇ ਲਾ, ਨਿਊਟਨਸ ਦਾ ਲਾ, ਗ੍ਰੈਵਿਟੀ ਹੋ ਗਿਆ, ਡਿਫਰੈਂਸ ਬਿਟਵੀਨ ਦੀ ਗ੍ਰੈਵਿਟੀ ਐਂਡ ਗ੍ਰੈਵੀਟੇਸ਼ਨ, ਦੈਨ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਕੀ ਹੁੰਦਾ ਹੈ, ਉਹਦੀ ਵੇਰੀਏਸ਼ਨ ਵਿਦ ਐਲਟੀਟਿਊਡ ਐਂਡ ਡੈਪਥ, ਗ੍ਰੈਵੀਟੇਸ਼ਨ ਪੋਟੈਂਸ਼ੀਅਲ ਕੀ ਹੁੰਦਾ ਹੈ, ਉਹਦਾ ਐਕਸਪ੍ਰੈਸ਼ਨ, એનર્ਜੀ ਕੀ ਹੁੰਦੀ ਹੈ ਅਤੇ ਉਹਦਾ ਐਕਸਪ੍ਰੈਸ਼ਨ, ਔਰਬਿਟਲ ਸਪੀਡ ਕੀ ਹੁੰਦੀ ਹੈ, escape velocity ਕੀ ਹੁੰਦੀ ਹੈ। ਇਹੀ ਆਪਣੇ ਸਿਲੇਬਸ ਦੇ ਵਿੱਚ ਨੇ CBSE ਦੇ ਅਕੋਰਡਿੰਗ। ਸੋ ਸਾਰੇ 'ਤੇ ਕੰਪਲੀਟ ਕਰਾਂਗੇ ਜੀ, ਜਲਦੀ ਟਾਈਮ ਨਾ ਵੇਸਟ ਕਰਦੇ ਹੋਏ। ਸੋ ਕਰਦੇ ਹਾਂ। ਅਤੇ ਆਪਣੇ ਲਈ ਇੱਕ ਇਨਫੋਰਮੇਸ਼ਨ ਹੈ, ਅਗਰ ਤੁਸੀਂ ਸਾਡੇ ਆਫਲਾਈਨ ਕਲਾਸਿਸ ਨੂੰ ਜੁਆਇਨ ਕਰਨਾ ਚਾਹੁੰਦੇ ਹੋ 8ਵੀਂ 9ਵੀਂ 10ਵੀਂ 11ਵੀਂ 12ਵੀਂ, ਤਾਂ ਇੱਥੇ ਕੈਮਿਸਟਰੀ, ਫਿਜ਼ਿਕਸ, ਮੈਥ ਤੁਸੀਂ ਜੁਆਇਨ ਕਰ ਸਕਦੇ ਹੋ। ਇਸ ਨੰਬਰ 'ਤੇ ਸਾਡੇ ਨਾਲ ਕਨੈਕਟ ਕਰ ਸਕਦੇ ਹੋ। ਸੋ ਜੀ ਕਰਦੇ ਹਾਂ ਸਟਾਰਟ। ਮੇਨਲੀ ਕੈਪਲਰ ਦਾ ਫਸਟ ਲਾਅ ਕੀ ਕਹਿੰਦਾ ਹੈ ਵੀ ਜਿਹੜੇ ਵੀ ਪਲੈਨਟ ਨੇ ਜੀ ਉਹ ਇੱਕ ਇਲੈਪਟੀਕਲ ਔਰਬਿਟ ਦੇ ਵਿੱਚ ਮੂਵ ਕਰਨਗੇ। ਇਸ ਤੋਂ ਪਹਿਲਾਂ ਮੰਨਿਆ ਜਾਂਦਾ ਸੀ ਵੀ ਧਰਤੀ ਕੀ ਆਪਣੇ ਸੈਂਟਰ ਦੇ ਵਿੱਚ ਹੈ, ਉਸ ਦੇ ਆਲੇ ਦੁਆਲੇ ਕਿਹਨੇ ਆਪਣੀ ਸਨ ਮੂਵ ਕਰਦਾ ਹੈ। ਬਟ ਬਾਅਦ 'ਚ ਪਤਾ ਲੱਗਿਆ ਵੀ ਜਿਹੜਾ ਸਨ ਹੈ ਉਹੀ ਸੈਂਟਰ ਦੇ ਵਿੱਚ ਹੈ ਅਤੇ ਧਰਤੀ ਉਹਦੇ ਆਲੇ ਦੁਆਲੇ ਮੂਵ ਕਰਦੀ ਹੈ। ਤਾਂ ਕੈਪਲਰ ਭਾਈ ਸਾਹਿਬ ਆਉਂਦੇ ਨੇ ਅਤੇ ਕਹਿੰਦੇ ਨੇ ਜੀ ਇਹ ਮੂਵ ਤਾਂ ਕਰ ਰਿਹਾ ਸਨ ਦੇ ਆਲੇ ਦੁਆਲੇ, ਪਲੈਨਟ ਜਾਂ ਆਪਣੀ ਅਰਥ ਮੂਵ ਤਾਂ ਕਰ ਰਹੀ ਹੈ ਬਟ ਇਨ ਦੀ ਇਲੈਪਟੀਕਲ ਔਰਬਿਟ। ਇਲੈਪਟੀਕਲ ਔਰਬਿਟ, ਇਲੈਪਟੀਕਲ ਕੀ ਹੁੰਦਾ ਹੈ, ਜਿਹਦੀ ਇੱਕ ਤਾਂ ਹੁੰਦੀ ਹੈ ਮਾਈਨਰ ਐਕਸਿਸ, ਇੱਕ ਹੁੰਦੀ ਹੈ ਆਪਣੀ ਮੇਜਰ ਐਕਸਿਸ। ਠੀਕ ਹੈ, ਤਾਂ ਉਹਦੇ ਇੱਕ ਫੋਕਸ 'ਤੇ ਇਹ ਦੋ ਫੋਕਸ ਹੋਣਗੇ, ਇੱਕ ਫੋਕਸ ਉਰੇ ਹੋਏਗਾ, ਇੱਕ ਫੋਕਸ ਉਰੇ ਹੋਏਗਾ। ਤਾਂ ਦੋਹਾਂ ਤੋਂ ਇੱਕ ਫੋਕਸ 'ਤੇ ਕਿਤੇ ਵੀ ਆਪਣਾ ਕੀ ਹੋਊਗਾ, ਸਨ ਹੋਊਗਾ। ਦੇਖ ਲਓ, all planet revolving around the sun in the elliptical orbit with the sun laying at the one of its foci। ਸਮਝੇ? ਚੱਲਦੇ ਅੱਗੇ। ਹੁਣ ਕੈਪਲਰ ਦਾ ਸੈਕਿੰਡ ਲਾਅ ਕੀ ਕਹਿੰਦਾ ਵੀ ਜਿਹੜੀ ਆਪਣੀ ਏਰੀਅਲ, ਜਿਹੜਾ ਸਨ ਦੇ ਆਲੇ ਦੁਆਲੇ ਜਿਹੜਾ ਆਪਣਾ ਪਲੈਨਟ ਹੈ ਇੱਕ ਪਰਟੀਕੂਲਰ ਟਾਈਮ ਦੇ ਵਿੱਚ ਜਿੰਨਾ ਵੀ ਏਰੀਆ ਸਵੈਪ ਕਰੂਗਾ ਉਹ ਹਮੇਸ਼ਾ ਕੀ ਹੈ, ਕੌਨਸਟੈਂਟ ਰਹੂਗਾ। ਮੀਨਸ ਕਿ ਉਹਦੀ ਏਰੀਅਲ ਵੈਲੋਸਿਟੀ, ਏਰੀਆ ਕਵਰ ਕਰਨ ਦੀ ਵੈਲੋਸਿਟੀ ਕੀ ਹੈ, ਇਹ ਕੌਨਸਟੈਂਟ ਹੈ। ਹੁਣ ਦੇਖੋ ਕੀ ਕਹਿੰਦਾ, ਮੰਨ ਲਓ ਉਰੇ ਸਨ ਆਪਣਾ ਪਲੈਨਟ ਜਦੋਂ ਆਪਣਾ T ਟਾਈਮ ਦੇ ਵਿੱਚ ਇੱਥੇ A ਤੋਂ ਲੈ ਕੇ B ਤੱਕ ਪਹੁੰਚ ਗਿਆ। ਸਿਮਿਲਰਲੀ ਜਦੋਂ ਨਜ਼ਦੀਕ ਹੋਏਗਾ ਪਲੈਨਟ C ਤੋਂ ਲੈ ਕੇ D ਤੱਕ ਪਹੁੰਚ ਗਿਆ, ਸੇਮ ਟਾਈਮ ਹੈ T। ਤਾਂ ਜਿਹੜਾ ਇੱਥੋਂ ਆਪਾਂ ਇਹਨੂੰ ਜੁਆਇਨ ਕਰ ਦਈਏ ਸਨ ਦੇ ਨਾਲ ਇਸ ਲਾਈਨ ਨੂੰ, ਤਾਂ ਜਿਹੜਾ ਵੀ ਇਹਨਾਂ ਦੇ ਵਿਚਾਲਾ ਏਰੀਆ ਹੋਊਗਾ, ਆਹ ਵਾਲਾ ਏਰੀਆ ਹੋਏਗਾ ਜਾਂ ਆਹ ਵਾਲਾ ਏਰੀਆ ਹੋਏਗਾ, ਦੋਨੇ ਕਿਨੇ ਜੀ ਸੇਮ ਹੋਣਗੇ। COD ਦਾ ਏਰੀਆ ਅਤੇ ਨਾਲ ਹੀ ਆਪਣਾ ABO ਦਾ ਏਰੀਆ ਕੀ ਇਹ ਕੌਨਸਟੈਂਟ ਰਹੂਗਾ। ਅਤੇ ਇੱਥੇ ਨਾਲ ਹੀ ਇੱਕ ਚੀਜ਼ ਹੋਰ ਧਿਆਨ 'ਚ ਰੱਖਣੀ ਆ ਆਪਾਂ ਨੇ, ਜਿਹੜਾ ਆਪਣਾ ਐਂਗੂਲਰ ਮੋਮੈਂਟਮ ਹੈ, ਉਹ ਵੀ ਕੀ ਹੈ ਜੀ, ਕੌਨਸਟੈਂਟ ਹੈ। ਐਂਗੂਲਰ ਮੋਮੈਂਟਮ ਦਾ ਫਾਰਮੂਲਾ ਸਭ ਨੂੰ ਪਤਾ ਹੋਏਗਾ, L ਨਾਲ ਰਿਪਰਜੈਂਟ ਕਰਦੇ ਹਾਂ R × P। P ਕੀ ਹੈ ਜੀ, ਲੀਨੀਅਰ ਮੋਮੈਂਟਮ। ਇਹਨੂੰ ਆਪਾਂ ਲਿਖ ਸਕਦੇ ਹਾਂ M × B, ਮਾਸ × ਵੈਲੋਸਿਟੀ ਇਜ਼ ਨੋਨ ਐਜ਼ ਦੀ ਮੋਮੈਂਟਮ, ਲੀਨੀਅਰ ਮੋਮੈਂਟਮ। ਸਮਝੇ ਗੱਲ? ਹੁਣ ਚੱਲਦੇ ਹਾਂ। ਮੈਨੇ ਇੱਕ ਪੁਆਇੰਟ ਲੈ ਲਿਆ ਉਰੇ A ਪੁਆਇੰਟ, ਇੱਕ ਪੁਆਇੰਟ ਲੈ ਲਿਆ ਉਰੇ B ਪੁਆਇੰਟ, ਅਤੇ ਇੱਥੇ ਆਪਣਾ ਸਨ ਹੈ ਜੀ। ਸਮਝੀ ਗੱਲ? ਤਾਂ ਇੱਕ ਦੇਖੋ, ਜੇ ਇਹਨੂੰ ਮੈਂ ਲੈਣਾ ਉੱਥੇ XY ਲੈ ਲਓ, ਇਸ ਚੀਜ਼ ਨੂੰ XY ਲੈ ਲਓ, ਸੌਖਾ ਰਹੇਗਾ, ਥੋੜ੍ਹਾ ਜਿਹਾ ਦਿੱਕਤ ਆਏਗੀ ਨਹੀਂ A B ਨਾਲ। ਇੱਕ ਨਾ ਸਨ ਤੋਂ ਸਭ ਤੋਂ ਦੂਰ ਵਾਲਾ ਪੁਆਇੰਟ ਜਿਹਦਾ ਡਿਸਟੈਂਸ ਜਿੱਥੇ ਮੀਨਸ ਕਿ ਅਰਥ ਅਤੇ ਸਨ ਦਾ ਸਭ ਨਾਲੋਂ ਜ਼ਿਆਦਾ ਹੁੰਦਾ ਹੈ, ਉਹਨੂੰ ਆਪਾਂ ਕਹਿੰਦੇ ਹਾਂ ਜੀ ਐਪੀਹੀਲੀਅਨ ਪੁਆਇੰਟ। ਜਿੱਥੇ ਸਭ ਤੋਂ ਘੱਟ ਹੁੰਦਾ ਜੀ ਡਿਸਟੈਂਸ, ਉਹਨੂੰ ਆਪਾਂ ਕਹਿੰਦੇ ਹਾਂ ਪੈਰੀਹੀਲੀਅਨ ਪੁਆਇੰਟ। ਆਪਾਂ ਲੈਟ ਕਰ ਲਿਆ, ਲਿਖ ਲਿਆ ਵੀ ਸਨ ਤੋਂ ਲੈ ਕੇ ਜਿਹੜਾ ਆਪਣਾ ਐਪੀਹੀਲੀਅਨ ਪੁਆਇੰਟ ਹੈ ਮੈਕਸਿਮਮ ਡਿਸਟੈਂਸ ਵਾਲਾ, ਉਹਦੀ ਵੈਲਿਊ ਕਿੰਨੀ ਹੈ ਆਪਣੇ ਕੋਲ RA ਅਤੇ ਛੋਟਾ ਸੀ RP। ਸਿੰਪਲ ਗੱਲ ਹੈ ਜੀ। ਹੁਣ ਦੇਖੋ, ਉਸ ਤੋਂ ਬਾਅਦ ਜਿਹੜਾ ਆਪਣੀ ਅਰਥ ਹੈ ਜਾਂ ਕੋਈ ਵੀ ਪਲੈਨਟ ਹੈ ਉਹਦਾ ਮਾਸ ਤਾਂ ਕੌਨਸਟੈਂਟ ਰਹੇਗਾ। ਇੱਥੇ ਵੀ M ਹੈ ਤਾਂ ਇੱਥੇ ਵੀ M ਹੈ। ਵੈਲੋਸਿਟੀ ਵੇਰੀ ਕਰੇਗੀ, ਉਰੇ ਹੋ ਗਈ BA ਲੈ ਲਈ ਆਪਾਂ ਨੇ, ਆਪਣੇ ਐਪੀਹੀਲੀਅਨ ਪੁਆਇੰਟ 'ਤੇ ਵੈਲੋਸਿਟੀ ਆਪਾਂ ਨੇ ਲੈਟ ਕਰ ਲਈ BA, ਅਤੇ ਪੈਰੀਹੀਲੀਅਨ ਪੁਆਇੰਟ 'ਤੇ ਆਪਣੇ ਵੈਲੋਸਿਟੀ ਲੈਟ ਕਰ ਲਈ BP। ਤਾਂ ਦੋ ਕੇਸ ਬਣ ਜਾਣਗੇ ਜੀ, ਇੱਕ ਤਾਂ ਆਪਣਾ X ਦੇ ਉੱਤੇ, ਇੱਕ Y ਦੇ ਉੱਤੇ। X ਦੇ ਕੇਸ ਜਿਹੜਾ ਬਣੂਗਾ LY ਦੇ ਉੱਤੇ ਕੀ ਬਣਿਆ ਆਪਣਾ LY ਦੇ, ਸੋਰੀ ਆਹ ਦੇਖੋ ਤਾਂ R ਕਿੰਨਾ ਹੈਗਾ RP × M ਅਤੇ ਨਾਲ ਕੀ ਹੈ BP। ਇੱਕ ਤਾਂ ਕੇਸ ਆ ਬਣ ਗਿਆ ਜੀ। ਇੱਕ ਹੁਣ LX
LX किन्ना गा इस थां ते RAMBA ओके। हुण दोनों नूं डिवाइड कर सकते हैं आपां जां की है आपां नूं पता है भी जिहड़ा एंगूलर मोमेंटम है सारे पॉइंट ते सेम होगा LX इजकल्स टू LY होगा तां कर सकते हैं RPMBP इज इक्वल टू RAMBA। ਹੁਣ M ਨਾਲ M ਕੱਟ ਜਾਏਗਾ ਤੇ ਬਾਅਦ ਦੇ ਵਿੱਚ ਇੱਕ ਆਪਣੇ ਕੋਲ ਇਕੁਏਸ਼ਨ ਫਾਰਮ ਹੋ ਜਾਏਗੀ ਉਹ ਕੀ ਹੈ ਜੀ RP ਓਵਰ RA ਇਜ਼ ਇਕਵਲਸ ਟੂ BA ਓਵਰ BP। ਸਮਝੀ ਗੱਲ ਠੀਕ ਹੈ। ਬਸ ਆਹ ਰਿਲੇਸ਼ਨ ਧਿਆਨ 'ਚ ਰੱਖਣਾ ਵੀ ਦੇਖੋ ਜਦੋਂ ਆਪਣਾ ਕੋਈ ਵੀ ਪਲੈਨਟ ਹੈ ਸਨ ਦੇ ਲਵੇ ਹੋਏਗਾ ਉਸ ਟਾਈਮ 'ਤੇ ਉਹਦੀ ਸਪੀਡ ਕੀ ਜ਼ਿਆਦਾ ਹੋਏਗੀ। ਦੇਖੋ BP ਆਪਣਾ ਛੋਟਾ ਹੁੰਦਾ ਹੈ ਤਾਂ BA ਦੀ ਵੈਲਿਊ ਵੀ ਛੋਟੀ ਹੈ, ਜਿਹੜੇ ਸਾਹਮਣੇ ਵਾਲੇ ਛੋਟੇ ਹੋਣਗੇ ਤੇ RA ਦੀ ਵੈਲਿਊ ਵੱਡੀ ਹੈ ਤਾਂ ਮੀਨਸ ਕਿ BP ਵੀ ਵੱਡਾ ਹੈ ਆਪਣਾ ਓਕੇ। ਸੋ ਜੀ ਧਿਆਨ 'ਚ ਰੱਖਣਾ ਜਿਹੜੀ ਵੀ ਮੰਨ ਲਓ ਕੋਈ ਵੀ ਪਲੈਨਟ ਹੈ ਮੰਨ ਲਓ ਆਪਣੀ ਅਰਥ ਹੈ, ਅਰਥ ਦੇ ਆਲੇ ਦੁਆਲੇ ਮੂਨ ਮੂਵ ਕਰਦਾ ਹੈ, ਇੱਕ ਟਾਈਮ 'ਤੇ ਮੂਨ ਲਵੇ ਆਏਗਾ ਜਿੰਨਾ ਨਜ਼ਦੀਕ ਹੋਏਗਾ ਉਸ ਟਾਈਮ 'ਤੇ ਉਹਦੀ ਸਪੀਡ ਜ਼ਿਆਦਾ ਹੋਏਗੀ, ਜੇ ਦੂਰ ਹੋਊਗਾ ਤਾਂ ਸਪੀਡ ਘੱਟ ਹੋਊਗੀ। ਜਿਵੇਂ ਕਿ ਆਪਣੀ ਸੈਟਲਾਈਟ ਹੈ, ਜਿਹੜੀ ਸੈਟਲਾਈਟ ਆਪਣੀ ਧਰਤੀ ਲਵੇ ਤਵੇ ਮੂਵ ਕਰਦੀਆਂ ਨੇ ਲਵੇ ਮੂਵ ਕਰਦੀਆਂ ਨੇ ਉਹਨਾਂ ਦੀ ਸਪੀਡ ਜ਼ਿਆਦਾ ਹੁੰਦੀ ਹੈ ਅਤੇ ਦੂਰ ਮੂਵ ਕਰਦੇ ਨੇ ਉਹਨਾਂ ਦੀ ਕੀ ਹੈ ਸਪੀਡ ਘੱਟ ਹੁੰਦੀ ਹੈ। ਠੀਕ ਹੈ ਜੀ ਅੱਗੇ ਚੱਲਦੇ ਹਾਂ। ਇਹ ਚੀਜ਼ਾਂ ਨੋਟ ਕਰਨਾ ਚਾਹੁੰਦੇ ਨਾ ਕਰ ਸਕਦੇ ਹੋ ਠੀਕ ਹੈ। ਉਸ ਤੋਂ ਬਾਅਦ ਜਿਹੜਾ ਕੈਪਲਰ ਦਾ ਥਰਡ ਲੋ ਹੈ ਜੀ ਇਹ ਮੇਨਲੀ ਕੀ ਕਹਿੰਦਾ ਆਪਣੇ ਜੇ ਦੇਖਿਆ ਜਾਵੇ ਤਾਂ ਜੇ ਉਰੇ ਸਨ ਹੈ ਆਪਣਾ ਅਤੇ ਇੱਕ ਜਿਹੜੀ ਮਾਈਨਰ ਐਕਸਿਸ ਹੈ ਇੱਕ ਮੇਜਰ ਐਕਸਿਸ ਹੈ ਤਾਂ ਮੇਜਰ ਐਕਸਿਸ ਕੀ ਹੁੰਦੀ ਹੈ ਆਹ ਵਾਲੀ ਇਸ ਤੋਂ ਲੈ ਕੇ ਜਹਾਂ ਤੱਕ ਇੱਥੇ ਤੱਕ ਇਸ ਪੁਆਇੰਟ ਤੱਕ ਦੋਵਾਂ ਤੱਕ ਅਤੇ ਜਿਹੜਾ ਆਹ ਪੁਆਇੰਟ ਇਹ ਇੰਨਾ ਆਹ ਕੀ ਹੈ ਜੀ ਸੈਮੀ ਮੇਜਰ ਐਕਸਿਸ। ਇਹ ਕੀ ਕਹਿੰਦਾ ਵੀ ਜਿਹੜਾ ਵੀ ਆਪਣਾ ਟਾਈਮ ਪੀਰੀਅਡ ਹੈ ਕਿਸੇ ਵੀ ਪਲੈਨਟ ਦਾ ਸਨ ਦੇ ਅਰਾਊਂਡ ਰਿਵੋਲਵ ਕਰਨ ਦਾ ਉਹਦਾ ਸਕੇਅਰ ਕਰ ਦਈਏ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੋਊਗਾ ਸੈਮੀ ਮੇਜਰ ਐਕਸਿਸ ਦੇ ਕਿਊਬ ਦੇ। ਇਹਦੀ ਡੈਰੀਵੇਸ਼ਨ ਨਹੀਂ ਹੈਗੀ ਮੇਰੀ ਧਿਆਨ 'ਚ ਹੀ ਰੱਖਣਾ ਇਹ ਚੀਜ਼ ਵੀ ਇਹ ਟਾਈਮ ਪੀਰੀਅਡ ਹੈ ਕਿਸੇ ਵੀ ਪਲੈਨਟ ਦਾ ਸਨ ਦੇ ਅਰਾਊਂਡ ਮੂਵ ਕਰਨ ਦੇ ਲਈ ਤਾਂ ਉਹ ਡਿਪੈਂਡ ਕਰਦਾ ਸੈਮੀ ਮੇਜਰ ਐਕਸਿਸ ਦੇ ਉੱਤੇ। ਠੀਕ ਹੈ ਜੀ। ਸੋ ਆਪਣਾ ਫਸਟ ਜਿਹੜਾ ਟੋਪਿਕ ਹੈ ਕੰਪਲੀਟ ਹੈ ਕੈਪਲਰ ਦਾ ਫਸਟ ਸੈਕਿੰਡ ਥਰਡ ਲੋ। ਕੋਈ ਵੀ ਡਾਊਟ ਹੈ ਤਾਂ ਕਮੈਂਟ ਬਾਕਸ 'ਚ ਪੁੱਛ ਸਕਦੇ ਹੋ। ਅੱਗੇ ਦੇਖੋ ਜੀ ਕਹਿੰਦਾ ਨਿਊਟਨ ਦਾ ਲੋ ਆਫ ਗ੍ਰੈਵੀਟੇਸ਼ਨ। ਨਿਊਟਨ ਨੇ ਕਿਹਾ ਵੀ ਆਪਣੇ ਯੂਨੀਵਰਸ ਦੇ ਵਿੱਚ ਜਿਹੜੀ ਵੀ ਬੋਡੀਜ਼ ਰਹਿੰਦੀਆਂ ਨੇਗੀਆਂ ਕੋਈ ਵੀ ਬੋਡੀਜ਼ ਰਹਿੰਦੀਆਂ ਨੇਗੀਆਂ ਉਹ ਕੀ ਹੈ ਇੱਕ ਦੂਜੇ ਨੂੰ ਅਟਰੈਕਟ ਕਰ ਰਹੀਆਂ ਨੇ। ਕੋਈ ਵੀ ਮੀਨਸ ਕਿ ਦੇਖੋ ਆਪਾਂ ਖੜ੍ਹੇ ਉਰੇ ਮੈਂ ਖੜ੍ਹਾ ਜਾਂ ਤੁਸੀਂ ਖੜ੍ਹੇ ਹੋ ਅਤੇ ਆਪਣਾ ਸੂਰਜ ਹੈ ਇਹਨੂੰ ਵੀ ਆਪਾਂ ਅਟਰੈਕਟ ਜਾਂ ਕੀ ਕਰ ਰਹੇ ਹਾਂ ਅਟਰੈਕਟ ਕਰ ਰਹੇ ਹਾਂ ਮੇਨਲੀ ਅਟਰੈਕਟ ਕਰਤਾ ਰਹੇ ਹਾਂ ਲੇਕਿਨ ਡਿਸਟੈਂਸ ਹੀ ਬਹੁਤ ਜ਼ਿਆਦਾ ਜੀ ਆਪਣੀ ਜਿਹੜੀ ਆਰ ਦੀ ਵੈਲਿਊ ਹੀ ਬਹੁਤ ਜ਼ਿਆਦਾ ਦੈਟਸ ਵਾਈ ਉਹਦਾ ਇਫੈਕਟ ਬਹੁਤ ਘੱਟ ਹੈ। ਸਮਝੀ ਗੱਲ। ਹੁਣ ਦੇਖੋ ਕਹਿੰਦਾ ਐਵਰੀ ਬੋਡੀ ਇਨ ਦੀ ਯੂਨੀਵਰਸ ਅਟਰੈਕਟ ਦੀ ਅਦਰ ਬੋਡੀ ਬਾਈ ਆ ਫੋਰਸ ਉਹਨੂੰ ਆਪਾਂ ਕਹਿੰਦੇ ਆਂਗੇ ਫੋਰਸ ਆਫ ਗ੍ਰੈਵੀਟੇਸ਼ਨ। ਸਮਝੇ ਜੀ। ਹੁਣ ਇਹ ਫੋਰਸ ਹੈ ਜਿਹੜੀ ਇਹ ਡਿਪੈਂਡ ਕਰਦੇ ਕੁਛ ਗੱਲਾਂ 'ਤੇ ਕਿਸ 'ਤੇ ਡਿਪੈਂਡ ਕਰੂਗੀ ਜਿਹੜੀ ਵੀ ਦੋ ਬੋਡੀਜ਼ ਨੇ ਆਪਣੀਆਂ ਦੇਖੋ ਮੈਨੇ ਆਹ ਦੋ ਬੋਡੀਜ਼ ਲੈ ਰੱਖੀਆਂ ਨੇਗੀਆਂ ਕੋਈ ਵੀ ਲਾ ਲਓ ਇਹਦਾ ਮਾਸ ਆਪਾਂ ਨੇ M1 ਲੈ ਲਿਆ ਇਹਦਾ ਮਾਸ ਆਪਾਂ M2 ਲੈ ਲਿਆ ਜਾਂ ਕੁਛ ਵੀ ਜਾਂ ਇਹਦਾ ਵੱਡਾ ਮਾਸ M ਲੈ ਲਓ ਜਾਂ ਛੋਟੀ M ਲੈ ਲਓ ਇਹ ਰਿਪਰਜੈਂਟ ਕਰਨ ਦੇ ਲਈ ਹੈ। ਅਤੇ ਇਹਨਾਂ ਦੇ ਵਿੱਚ ਡਿਸਟੈਂਸ ਕਿੰਨਾ ਲੈ ਲਿਆ ਮੈਨੇ ਜੀ R ਡਿਸਟੈਂਸ ਲੈ ਲਿਆ ਅਤੇ ਜਿਹੜੀ ਫੋਰਸ ਹੈ ਉਹ ਡਿਪੈਂਡ ਕਰੂਗੀ ਡਾਇਰੈਕਟਲੀ ਪ੍ਰਪੋਰਸ਼ਨਲ ਹੋਊਗੀ ਮਾਸ ਦੇ ਪ੍ਰੋਡਕਟ ਦੇ ਦੋਹਾਂ ਦੇ ਮਾਸ ਦੇ ਪ੍ਰੋਡਕਟ ਦੇ ਜਾਂ ਯੂਨੀਵਰਸਲੀ ਪ੍ਰਪੋਰਸ਼ਨਲ ਹੋਊਗੀ R ਸਕੇਅਰ ਦੇ। ਡਿਸਟੈਂਸ ਵੱਧਦਾ ਜਾਊਗਾ ਜਿਹੜਾ ਵੀ ਅਟਰੈਕਸ਼ਨ ਦਾ ਇਫੈਕਟ ਹੈ ਉਹ ਘਟਦਾ ਜਾਊਗਾ ਉਹ ਫੋਰਸ ਆਫ ਗ੍ਰੈਵੀਟੇਸ਼ਨ ਘਟਦੀ ਜਾਊਗੀ। ਅਗਰ ਇਹਨਾਂ ਨੂੰ ਆਪਾਂ ਜੁਆਇਨ ਕਰ ਲਈਏ ਆਪਣਾ ਬਣ ਜਾਏਗਾ F ਇਜ਼ ਆਪਣਾ ਡਾਇਰੈਕਟਲੀ ਪ੍ਰਪੋਰਸ਼ਨਲ ਟੂ M1 M2 ਓਵਰ R ਸਕੇਅਰ। ਸਿੰਪਲ ਹੈ ਸਮਝ ਗਏ। ਹੁਣ ਇਹਨੂੰ ਆਪਾਂ ਅੱਗੇ ਕਰ ਸਕਦੇ ਹਾਂ ਡਾਇਰੈਕਟਲੀ ਪ੍ਰਪੋਰਸ਼ਨਲ ਨੂੰ ਹਟਾਓ ਅਤੇ ਇੱਥੇ G ਆ ਜਾਏਗਾ M1 M2 ਓਵਰ R ਸਕੇਅਰ। ਇੱਥੇ G ਕੀ ਹੈ ਜੀ ਗ੍ਰੈਵੀਟੇਸ਼ਨਲ ਕੌਂਸਟੈਂਟ ਅਤੇ ਇਹਦੀ ਵੈਲਿਊ ਵੀ ਧਿਆਨ 'ਚ ਰੱਖਣੀ ਆਪਣੇ 6.67 ਇੰਟੂ 10⁻11 ਅਤੇ ਆਪਣਾ ਬਣ ਜਾਏਗਾ ਨਿਊਟਨ ਮੀਟਰ ਸਕੇਅਰ kg-2। ਤਾਂ ਇਹ ਆਹ ਤਾਂ ਕੱਢ ਹੀ ਸਕਦੇ ਸਾਰੇ ਸਭ ਨੂੰ ਪਤਾ ਹੁੰਦਾ ਨਾ ਵੀ ਜੋ G ਨੂੰ ਇੱਕ ਪਾਸੇ ਲੈ ਲਓ ਅਤੇ F ਦੇ ਨਾਲ R ਸਕੇਅਰ ਇਹਨੂੰ R ਨੂੰ ਇੱਧਰ ਲੈ ਜਾਓ R ਸਕੇਅਰ ਓਵਰ M1 M2। ਹੁਣ ਇਹਦੀ ਸਾਰਿਆਂ ਨੂੰ ਯੂਨਿਟ ਪਤਾ ਹੋਣਗੀਆਂ। F ਦੀ ਯੂਨਿਟ ਕੀ ਹੁੰਦੀ ਹੈ ਜੀ ਨਿਊਟਨ R ਦੀ ਕਿੰਨੀ ਹੁੰਦੀ ਹੈ ਮੀਟਰ ਤਾਂ ਮੀਟਰ ਸਕੇਅਰ ਹੋ ਗਿਆ ਨੀਚੇ kg/kg ਤਾਂ ਕਿ ਇਹਦੀ ਯੂਨਿਟਸ ਆਪਾਂ ਨੂੰ ਫੋਰਮ ਹੋ ਗਏ। ਸੋ ਇਹਦੇ ਬਾਰੇ ਜ਼ਿਆਦਾ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਟਾਈਮ ਵੇਸਟ ਕਰਨ ਦੀ ਗੱਲ ਹੈ।
ਤਾਂ ਇਹ ਚੀਜ਼ ਧਿਆਨ 'ਚ ਰੱਖਣੀ ਆਪਾਂ ਨੇ ਜੀ। ਜਿਹੜਾ ਨਿਊਟਨ ਦਾ ਲੋ ਹੈ ਕੀ ਕਹਿੰਦਾ ਹੈ ਵੀ ਵਰਲਡ ਦੇ ਵਿੱਚ ਜਿਹੜੀਆਂ ਵੀ ਯੂਨੀਵਰਸ ਦੇ ਵਿੱਚ ਬੋਡੀਜ਼ ਨੇਗੀਆਂ ਇੱਕ ਦੂਜੇ ਨੂੰ ਅਟਰੈਕਟ ਕਰਨਗੀਆਂ। ਇਹ ਫੋਰਸ ਡਿਪੈਂਡ ਕਰਦੀ ਹੈ ਦੋਹਾਂ ਦੇ ਪ੍ਰੋਡਕਟ ਦੇ ਮਾਸ ਦੇ ਪ੍ਰੋਡਕਟ ਦੇ ਤੇ ਇਨਵਰਸਲੀ ਪ੍ਰੋਪੋਰਸ਼ਨਲ ਹੁੰਦੀ ਹੈ r² ਦੀ। ਮੀਨਸ ਕਿ ਡਿਸਟੈਂਸ ਬਿਟਵੀਨ them। ਓਕੇ, ਸੋ ਜੀ ਆਪਾਂ ਇਹ ਡਾਇਮੈਂਸ਼ਨ ਫਾਰਮੂਲਾ ਵਗੈਰਾ ਤੁਸੀਂ ਆਪਣੇ ਆਪ ਕਰ ਸਕਦੇ ਹੋ। ਜੇ ਕੋਈ ਵੀ ਡਾਊਟ ਹੈ ਤਾਂ ਪੁੱਛ ਸਕਦੇ ਹੋ, ਕੋਈ ਦਿੱਕਤ ਵਾਲੀ ਗੱਲ ਨਹੀਂ, ਬਟ ਇੱਥੇ ਟਾਈਮ ਨਹੀਂ ਵੇਸਟ ਕਰਦਾ। ਤਾਂ ਡਾਇਮੈਂਸ਼ਨ ਫਾਰਮੂਲਾ ਆਪਣੇ ਆਪ ਕੱਢ ਲਿਓ ਜੀ ਦਾ। ਓਕੇ, ਸੋ ਅੱਗੇ ਚੱਲਦੇ ਹਾਂ ਜੀ ਆਪਾਂ। ਨੈਕਸਟ ਕਹਿੰਦੇ ਗ੍ਰੈਵਿਟੀ। ਹੁਣ ਆਪਾਂ ਪੜ੍ਹ ਚੁੱਕੇ ਹਾਂ ਫੋਰਸ ਆਫ ਗ੍ਰੈਵਿਟੇਸ਼ਨ ਹੁੰਦੀ ਹੈ। ਤਾਂ ਗ੍ਰੈਵਿਟੀ ਕੀ ਹੁੰਦੀ ਹੈ? ਹੁਣ ਗ੍ਰੈਵਿਟੀ ਦੇ ਵਿੱਚ ਕੰਡੀਸ਼ਨ ਕੀ ਹੈ? ਉੱਥੇ ਤਾਂ ਆਪਣੇ ਕੋਲ 2 ਬੋਡੀਜ਼ ਨੇਗੀਆਂ, ਇੱਥੇ ਵੀ 2 ਬੋਡੀਜ਼ ਹੋਣਗੀਆਂ, ਬਟ ਇੱਥੇ ਇੱਕ ਬੋਡੀ ਕੀ ਆ ਉਹ ਆਪਣੀ ਅਰਥ ਹੈ ਤੇ ਦੂਜੀ ਬੋਡੀ ਕੁਝ ਵੀ ਹੋ ਸਕਦੀ ਹੈ। ਇੱਕ ਬੋਡੀ ਕੀ ਆਪਣੀ ਅਰਥ ਹੈ ਜੀ, ਤੇ ਇੱਥੇ ਅਰਥ ਦਾ ਮਾਸ ਆਪਾਂ ਲੈ ਕੇ ਚੱਲਦੇ ਹਾਂ m। ਮੈਕਸਿਮਮ ਟਾਈਮ ਜਦੋਂ ਆਪਾਂ ਕਰਾਂਗੇ ਨਾ ਉੱਥੇ ਆਪਾਂ ਨੂੰ ਅਰਥ ਦਾ ਮਾਸ m ਹੀ ਦੇਖਣ ਨੂੰ ਮਿਲੂਗਾ ਤੇ ਅਦਰ ਬੋਡੀ ਜਿਹੜੀ ਹੋਊਗੀ ਉੱਥੇ ਆਪਾਂ ਲੈਟ ਕਰਾਂਗੇ ਉਹਨੂੰ ਸਮੋਲ m ਦੇ ਨਾਲ। ਠੀਕ ਹੈ, ਤਾਂ ਗ੍ਰੈਵਿਟੇਸ਼ਨ ਫੋਰਸ ਆਫ ਦੀ ਅਰਥ ਇਜ਼ ਨੋਨ ਐਜ਼ ਦੀ ਗ੍ਰੈਵਿਟੀ। ਤਾਂ ਗ੍ਰੈਵਿਟੇਸ਼ਨ ਫੋਰਸ ਐਗਜ਼ਰਟ ਬਾਈ ਦੀ ਅਰਥ ਹੋਣਾ ਬੋਡੀ, ਜੋ ਵੀ ਉਹ ਬੋਡੀ ਆਪਣੀ ਧਰਤੀ ਦੇ ਲਵੇ ਤਵੇ ਹੈ ਜਾਂ ਧਰਤੀ ਦੇ ਉੱਪਰ ਹੈਗੀ, ਤਾਂ ਉਹਦੇ ਲਈ ਜਿਹੜੀ ਗ੍ਰੈਵਿਟੇਸ਼ਨ ਫੋਰਸ ਲੱਗ ਰਹੀ ਹੈ ਉਹਦੇ ਉੱਤੇ ਬਾਈ ਦੀ ਅਰਥ, ਉਹਨੂੰ ਆਪਾਂ ਕਹਿੰਦੇ ਹਾਂ ਜੀ ਗ੍ਰੈਵਿਟੀ। ਸਮਝ ਗਏ ਪੰਜਾਬੀ 'ਚ? ਅੱਗੇ ਦੇਖੋ ਡਿਫਰੈਂਸ ਦੇਖਦੇ ਹਾਂ ਗ੍ਰੈਵਿਟੇਸ਼ਨ ਤੇ ਗ੍ਰੈਵਿਟੀ ਦੇ ਵਿੱਚ। ਗ੍ਰੈਵਿਟੇਸ਼ਨ ਕਹਿੰਦੇ ਉਹ ਫੋਰਸ ਆਫ ਅਟਰੈਕਸ਼ਨ ਹੈ ਜਿਹੜੀ ਵੀ 2 ਬੋਡੀ ਦੇ ਵਿੱਚ ਲੱਗ ਰਹੀ ਹੈ ਯੂਨੀਵਰਸ ਦੀ। ਬਟ ਜਿਹੜੀ ਗ੍ਰੈਵਿਟੀ ਹੈ ਉਹਦੇ ਵਿੱਚ ਇਹ ਵਿੱਚ 2 ਬੋਡੀ ਤਾਂ ਹੈਗੀਆਂ ਨੇ, ਬਟ ਇਹ 'ਚ ਇੱਕ ਬੋਡੀ ਕੀ ਆਪਣੀ ਅਰਥ ਨੂੰ ਆਪਾਂ ਕੰਸੀਡਰ ਕਰਦੇ ਹਾਂ। ਫੋਰਸ ਆਫ ਅਟਰੈਕਸ਼ਨ ਬਿਟਵੀਨ ਅਰਥ ਐਂਡ ਦੀ ਨੀਅਰ ਬਾਈ ਓਬਜੈਕਟ। ਉਸ ਤੋਂ ਬਾਅਦ ਜੀ ਆਪਣਾ ਫੋਰਸ ਬਿਟਵੀਨ ਦੀ 2 ਬੋਡੀਜ਼ ਲਾਈਂਗ ਅਲੋਂਗ ਦੀ ਲਾਈਨ ਆਫ ਜੁਆਇਨਿੰਗ। ਕਹਿੰਦਾ ਜੀ ਦੇਖੋ ਜਿਹੜੀ ਆਪਣੀ ਗ੍ਰੈਵਿਟੇਸ਼ਨ ਫੋਰਸ ਹੈ ਜਿਹੜੀ ਵੀ ਲਾਈਨ 2 ਬੋਡੀ ਨੂੰ ਜੁਆਇਨ ਕਰ ਰਹੀ ਹੈ ਉਹਦੇ ਅਲੋਂਗ ਲੱਗਦੀ ਹੈ, ਤੇ ਜਿਹੜੀ ਆਪਣੀ ਗ੍ਰੈਵਿਟੀ ਹੈ ਉਹ ਹਮੇਸ਼ਾ ਅਰਥ ਦੇ ਕਣੀ ਨੂੰ ਲੱਗੂਗੀ। ਕੋਈ ਵੀ ਬੋਡੀ ਮੰਨ ਲਓ ਅਰਥ ਦੇ ਉੱਪਰ ਪਈ ਹੈ ਤਾਂ ਜਿਹੜੀ ਉਹਨੂੰ ਗ੍ਰੈਵਿਟੀ ਹੈ ਆਪਾਂ ਨੂੰ ਨੀਚੇ ਨੂੰ ਉਹਦੀ ਫੋਰਸ ਦੇਖਣ ਨੂੰ ਮਿਲਦੀ ਹੈ। ਉਹਦੀ ਡਾਇਰੈਕਸ਼ਨ ਕੀ ਹੈ? ਹਮੇਸ਼ਾ ਅਰਥ ਦੇ ਸੈਂਟਰ ਕਣੀ ਨੂੰ ਹੁੰਦੀ ਹੈ। ਫਾਰਮੂਲਾ ਦੇਖੋ F = G mm/r², ਤੇ ਇੱਥੇ ਆਪਾਂ ਨੂੰ ਦੇਖਣ ਨੂੰ ਮਿਲਦਾ F = mg। F ਜਾਂ ਵੇਟ ਵੀ ਕਹਿ ਸਕਦੇ ਹੋ, ਜਦੋਂ ਵੇਟ ਮੇਜ਼ਰ ਕਰਦੇ ਹਾਂ ਤਾਂ ਵੀ ਮਾਸ ਇੰਟੂ ਗ੍ਰੈਵਿਟੀ ਹੁੰਦਾ। ਉਸ ਤੋਂ ਬਾਅਦ ਗ੍ਰੈਵਿਟੇਸ਼ਨ ਕੌਂਸਟੈਂਟ ਦੀ ਵੈਲਿਊ ਆਪਾਂ ਨੂੰ ਪਤਾ ਚੱਲ ਚੁੱਕੀ ਹੈ 6.7 × 10⁻⁻11 ਨਿਊਟਨ ਮੀਟਰ ਸਕੁਅਰ ਪਰ kg²। ਤੇ ਜੀ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ, ਜੋ ਆਪਣੀ ਗ੍ਰੈਵਿਟੀ ਧਰਤੀ ਦਾ ਪੁੱਲ ਹੈ ਉਹਦੇ ਕਰਕੇ ਜਿਹੜੀ ਐਕਸਲਰੇਸ਼ਨ ਬੋਡੀ 'ਚ ਪ੍ਰੋਡਿਊਸ ਹੁੰਦੀ ਹੈ ਉਹਨੂੰ ਆਪਾਂ ਉਹਦੀ ਵੈਲਿਊ ਕੈਲਕੂਲੇਟ ਕੀਤੀ ਜਦੋਂ ਪਤਾ ਚੱਲਿਆ ਆਪਾਂ ਨੂੰ 9.8 ਮੀਟਰ/ਸੈਕਿੰਡ²। ਇਹਨੂੰ ਅਪਰੋਕਸ 10 ਮੀਟਰ/ਸੈਕਿੰਡ² ਵੀ ਲੈ ਸਕਦੇ ਹਾਂ। ਕਹਿੰਦੇ ਜੀ ਜਿਹੜੀ ਆਪਣੀ ਹੈਗੀ ਗ੍ਰੈਵਿਟੇਸ਼ਨ ਹੈ ਇਹ ਦੇਖਿਆ ਜਾਵੇ ਤਾਂ ਜਦੋਂ ਬੋਡੀ ਦੇ ਵਿੱਚ ਬਹੁਤ ਜ਼ਿਆਦਾ ਲੰਬਾ ਡਿਸਟੈਂਸ ਹੋ ਜੇ ਤਾਂ ਕਿ ਇਹ ਅਪਰੋਕਸ 0 ਹੋ ਜਾਂਦੀ ਹੈ। ਡਿਸਟੈਂਸ ਹੀ ਬਹੁਤ ਜ਼ਿਆਦਾ ਇਨਫਿਨਿਟੀ ਡਿਸਟੈਂਸ ਹੋ ਜੇ ਤਾਂ ਕਿ ਇਹ ਬੋਡੀ ਦੇ ਵਿੱਚ ਕੀ ਹੈ ਜਿਹੜਾ ਗ੍ਰੈਵਿਟੇਸ਼ਨ ਹੈ ਉਹ ਘਟ ਜਾਏਗੀ, 0 ਹੋ ਜਾਏਗੀ। ਔਰ ਜਿਹੜੀ ਆਪਣੀ ਗ੍ਰੈਵਿਟੀ ਹੈ ਉਹ ਕਹਿੰਦਾ ਧਰਤੀ ਸੈਂਟਰ ਦੇ ਉੱਤੇ 0 ਹੁੰਦੀ ਹੈ ਤਾਂ ਜਾਂ ਕੋਈ ਬੋਡੀ ਇਨਫਿਨਿਟੀ 'ਤੇ ਹੈਗੀ ਧਰਤੀ ਤੋਂ। ਠੀਕ ਹੈ, ਇਹ ਆਪਣੇ ਕੁਝ ਡਿਫਰੈਂਸਿਸ ਨੇ। ਅੱਗੇ ਚੱਲਦੇ ਹਾਂ ਜੀ ਆਪਾਂ। ਅੱਗੇ ਦੇਖੋ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਸਿੰਪਲ ਚੀਜ਼ਾਂ ਕੁਝ ਵੀ ਨਹੀਂ ਹੈਗਾ ਇਹਦੇ ਵਿੱਚ। ਨਿਊਟਨ ਦਾ ਸੈਕਿੰਡ ਲੋ ਕੀ ਕਹਿੰਦਾ ਸੀ? F = ma ਫੋਰਸ ਇਕੁਅਲ ਟੂ ਮਾਸ ਇੰਟੂ ਐਕਸਲਰੇਸ਼ਨ। ਕਹਿੰਦਾ ਜਦੋਂ ਗ੍ਰੈਵਿਟੀ ਐਕਸ਼ਨ 'ਚ ਆ ਜਾਂਦੀ ਹੈ ਤਾਂ ਆਪਾਂ ਇਹਨੂੰ g ਨਾਲ ਰਿਪਲੇਸ ਕਰ ਦਿੰਦੇ ਹਾਂ ਤਾਂ ਆਪਣੇ ਕੋਲ ਫਾਰਮੂਲਾ ਬਣ ਜਾਂਦਾ ਹੈ F = mg। g ਨੂੰ ਇੱਥੇ ਲਿਖ ਸਕਦੇ ਹਾਂ F/m। ਅਗਰ m ਆਪਣੇ ਕੋਲ 1 kg ਹੋ ਜੇ, ਮਾਸ ਆਪਣੇ ਕੋਲ 1 kg ਹੈ ਤਾਂ g ਕੀ ਹੋ ਜਾਏਗਾ? ਇਕੁਅਲ ਹੋ ਜਾਏਗਾ F ਦੇ। ਤਾਂ ਇਹਨੂੰ ਆਪਾਂ ਡਿਫਾਈਨ ਕਰ ਸਕਦੇ ਹਾਂ ਗ੍ਰੈਵਿਟੇਸ਼ਨ is equal to force of the gravity attraction with which a body of unit mass is attracted by the earth। ਸਮਝੇ ਜੀ? ਗ੍ਰੈਵਿਟੀ ਨੂੰ ਆਪਾਂ ਡਿਫਾਈਨ ਕਰ ਸਕਦੇ ਹਾਂਗੇ ਇਹ ਇਕੁਅਲ ਹੋਏਗੀ ਫੋਰਸ ਆਫ ਅਟਰੈਕਸ਼ਨ ਦੇ ਵਿਦ ਵਿੱਚ ਆ ਬੋਡੀ, ਜੋ ਆਪਣੀ ਯੂਨਿਟ ਮਾਸ ਦੀ ਬੋਡੀ ਅਟਰੈਕਟ ਕੀਤੀ ਜਾ ਰਹੀ ਹੈ ਬਾਏ ਦੀ ਅਰਥ। ਸਮਝੇ ਜੀ? ਕਹਿੰਦੇ ਜੀ ਜਿਹੜੀ ਗ੍ਰੈਵਿਟੀ ਕਰਕੇ ਆਪਾਂ ਨੂੰ ਇੱਕ ਫੋਰਸ ਜਾਂ ਅਟਰੈਕਸ਼ਨ ਬਾਏ ਦੀ ਅਰਥ ਮਹਿਸੂਸ ਹੁੰਦੀ ਹੈ, ਉਹਦੇ ਕਰਕੇ ਇੱਕ ਐਕਸਲਰੇਸ਼ਨ ਪ੍ਰੋਡਿਊਸ ਹੁੰਦੀ ਹੈ ਬੋਡੀ ਦੇ ਵਿੱਚ। ਉਹਦੀ ਵੈਲਿਊ ਕਿੰਨੀ ਹੈ? 9.8 ਮੀਟਰ/ਸੈਕਿੰਡ²। ਦੈਨ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਇਹ ਇੰਡੀਪੈਂਡੈਂਟ ਹੈ ਸ਼ੇਪ ਤੋਂ, ਸਾਈਜ਼ ਤੋਂ ਜਾਂ ਮਾਸ ਉਹਦੀ ਬੋਡੀ ਤੋਂ। ਕੋਈ ਵੀ ਮਾਸ 'ਤੇ ਡਿਪੈਂਡ ਨਹੀਂ ਕਰਦੀ, ਸ਼ੇਪ 'ਤੇ ਡਿਪੈਂਡ ਨਹੀਂ ਕਰਦੀ। ਆਪਾਂ ਨੇ ਇੱਕ ਫਾਰਮੂਲਾ ਕੀਤਾ ਸੀ B = √2gh। ਜੇ ਆਪਾਂ ਕੋਈ ਵੀ ਬੋਡੀ ਉੱਤੇ ਇੱਕ ਹੈਵੀ ਬੋਡੀ ਜਾਂ ਇੱਕ ਥੋੜ੍ਹੀ ਜਿਹੀ ਹਲਕੀ ਬੋਡੀ ਨੂੰ ਇੱਥੋਂ ਕੀ ਹੈ ਇੱਕ ਥਾਂ ਤੋਂ ਫਰੀਲੀ ਫੋਲ ਕਰ ਦਈਏ ਤਾਂ ਇਕੁਅਲ ਟਾਈਮ ਦੇ ਵਿੱਚ ਨੀਚੇ ਆ ਜਾਣਗੀਆਂ ਜੀ।
ਸਮਝੇ। ਬਟ ਨਾ ਜਦੋਂ ਆਪਾਂ ਪੇਪਰ ਨੂੰ ਸਿੱਟਦੇ ਹਾਂ ਉਦੋਂ ਤੇ ਉਦੋਂ ਕੋਈ ਹੈਵੀ ਆਬਜੈਕਟ ਨੂੰ ਸਿੱਟਦੇ ਹਾਂ ਤਾਂ ਇੱਥੇ ਮਾੜੀ ਜੀ ਆਪਣੀ ਏਅਰ ਦੀ ਰੈਜ਼ਿਸਟੈਂਸ ਜਾਂ ਹਵਾ ਦਾ ਫਲੋ ਵੀ ਐਕਸ਼ਨ 'ਚ ਆ ਜਾਂਦਾ, ਦੈਟਸ ਵਾਈ ਉਹ ਪੇਪਰ ਥੋੜ੍ਹਾ ਟਾਈਮ ਲਗਾ ਲੈਂਦਾ। ਬਟ ਉਹ ਦੇਖਿਆ ਜਾਵੇ ਪ੍ਰੈਕਟੀਕਲੀ ਅਗਰ ਆਪਾਂ ਉਹ ਚੀਜ਼ ਨੂੰ ਨਿਗਲੈਕਟ ਕਰ ਦਈਏ ਤਾਂ ਕੋਈ ਵੀ ਇਹੋ ਜਿਹੀ ਫੋਰਸ ਨਹੀਂ ਹੈਗੀ ਜਿਹੜੀ ਉੱਪਰ ਤੋਂ ਨੀਚੇ ਆਉਂਦੇ ਹੋਏ ਕੋਈ ਐਕਟ ਹੋਵੇਗੀ ਅਤੇ ਬੋਡੀ ਆਪਣੀ ਇੰਡੀਪੈਂਡੈਂਟ ਹੋਵੇਗੀ ਸ਼ੇਪ ਤੋਂ, ਸਾਈਜ਼ ਤੋਂ, ਮਾਸ ਤੋਂ, ਜਿਹੜੀ ਆਪਾਂ ਨੂੰ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਬੋਡੀ 'ਤੇ ਲੱਗ ਰਹੀ ਹੈ। ਸਮਝੇ ਜੀ। ਮੰਨ ਲਓ ਉਰੇ ਮੈਂ ਕਾਰ ਲੈ ਲਾਂ, ਇੱਕ ਪੱਥਰ ਲੈ ਲਾਂ, ਇਹਨੂੰ ਆਪਾਂ ਫਰੀਲੀ ਫੋਲਡ ਕਰੀਏ ਇਕੁਅਲ ਡਿਸਟੈਂਸ ਤੋਂ ਤਾਂ ਇਕੁਅਲ ਟਾਈਮ ਦੇ ਵਿੱਚ ਇਹ ਨੀਚੇ ਪਹੁੰਚਣਗੇ। ਅੱਗੇ ਚੱਲਦੇ ਹਾਂ ਜੀ ਜੀ ਐਂਡ ਜੀ। ਇੱਥੇ ਕੀ ਹੈ, ਜੀ ਗ੍ਰੈਵੀਟੇਸ਼ਨ ਕੌਂਸਟੈਂਟ, ਜੀ ਇਜ਼ ਗ੍ਰੈਵਿਟੀ। ਇਹਨਾਂ ਦੇ ਵਿੱਚ ਰਿਲੇਸ਼ਨ ਦੇਖਦੇ ਹਾਂ। ਐਫ ਇਜ਼ਕਸ ਟੂ ਐਮ ਜੀ ਜਾਣਦੇ ਹੋ ਤੁਸੀਂ, ਅਕੋਰਡਿੰਗ ਟੂ ਦੀ ਨਿਊਟਨ ਦਾ ਸੈਕਿੰਡ ਲੋ ਆਪਾਂ ਕਰ ਚੁੱਕੇ ਹਾਂ ਇੱਧਰ। ਉਵੇਂ ਆਪਾਂ ਨੇ ਕੀਤਾ ਨਿਊਟਨ ਦਾ ਲੋ ਆਫ ਗ੍ਰੈਵੀਟੇਸ਼ਨ, ਐਫ ਇਜ਼ਕਸ ਟੂ ਜੀ ਐਮ ਵੱਡਾ ਐਮ ਅਤੇ ਛੋਟਾ ਐਮ ਓਵਰ ਆਰ ਸਕੁਅਰ। ਸਮਝੇ ਗੱਲਬਾਤ। ਹੁਣ ਦੋਹਾਂ ਨੂੰ ਇਕੁਅਲ ਰੱਖ ਦਿਓ ਜੀ ਮੇਨਲੀ। ਅਗਰ ਦੋਨੇ ਫੋਰਸਿਸ ਇਕੁਅਲ ਹੋ ਜਾਣ ਗ੍ਰੈਵੀਟੇਸ਼ਨ ਅਤੇ ਆਪਣੀ ਫੋਰਸ ਆਫ ਅਟਰੈਕਸ਼ਨ ਤਾਂ ਕੀ ਬਣ ਜਾਏਗਾ ਆਪਣਾ, ਦੇਖੋ ਤਾਂ ਇੱਥੇ ਕੀ ਹੋ ਜਾਏਗਾ, ਐਮ ਜੀ ਇਜ਼ ਇਕਸ ਟੂ ਜੀ ਐਮ ਓਵਰ ਆਰ ਸਕੁਅਰ। ਐਮ ਨਾਲ ਐਮ ਕੱਢ ਗਿਆ ਤਾਂ ਜੀ ਦੀ ਵੈਲਿਊ ਕਿੰਨੀ ਆ ਜਾਏਗੀ, ਜੀ ਐਮ ਓਵਰ ਆਰ ਸਕੁਅਰ। ਆਹ ਮੋਸਟ ਇੰਪੋਰਟੈਂਟ ਰਿਲੇਸ਼ਨ ਹੈ ਜੀ, ਮੋਸਟ ਇੰਪੋਰਟੈਂਟ ਹੈ, ਇਹ ਧਿਆਨ 'ਚ ਰੱਖਣਾ ਆਪਾਂ ਨੇ, ਇਹ ਆਪਣੇ ਅੱਗੇ ਬਹੁਤ ਜ਼ਿਆਦਾ ਕੰਮ ਆਉਣ ਵਾਲਾ ਹੈ। ਠੀਕ ਹੈ, ਸੋ ਆਪਾਂ ਚੱਲਦੇ ਹਾਂ ਅੱਗੇ। ਅੱਗੇ ਦੇਖੋ ਜੀ, ਵੇਰੀਏਸ਼ਨ ਆਫ ਦੀ ਗ੍ਰੈਵਿਟੀ ਵਿਦ ਦੀ ਐਲਟੀਟਿਊਡ। ਵੇਰੀਏਸ਼ਨ ਆਫ ਗ੍ਰੈਵਿਟੀ ਵਿਦ ਐਲਟੀਟਿਊਡ ਮੀਨਸ ਕਿ ਆਹ ਧਰਤੀ ਦਾ ਆਪਣਾ ਸੈਂਟਰ ਹੈਗਾ, ਅਰਥ ਦਾ ਸੈਂਟਰ। ਠੀਕ ਹੈ, ਅਤੇ ਆਪਾਂ ਆਪਣੀ ਬੋਡੀ ਮੰਨ ਲਓ ਇਸ ਕੰਡੀਸ਼ਨ 'ਤੇ ਪਹਿਲਾਂ ਧਰਤੀ ਤੋਂ ਉੱਪਰ ਹੈਗੀ ਅਤੇ ਇਸ ਤੋਂ ਬਾਅਦ ਉੱਪਰ ਜਾਣਾ ਸਟਾਰਟ ਕਰੀਏ ਤਾਂ ਗ੍ਰੈਵਿਟੀ ਦਾ ਕੀ ਡਿਫਰੈਂਸ ਪਵੇਗਾ, ਆਪਣੀ ਗ੍ਰੈਵਿਟੀ ਘਟੇਗੀ ਜਾਂ ਵਧੇਗੀ। ਅਗਰ ਡੈਪਥ ਦੇ ਕੇਸ 'ਚ ਦੇਖੀਏ, ਮੰਨ ਲਓ ਬੋਡੀ ਆਪਣੀ ਉੱਪਰ ਧਰਤੀ 'ਤੇ ਖੜੀ ਹੈ, ਹੁਣ ਧਰਤੀ ਦੇ ਅੰਦਰ ਜਾਣਾ ਸਟਾਰਟ ਕਰ ਦੇ ਤਾਂ ਗ੍ਰੈਵਿਟੀ ਦਾ ਕੀ ਫਰਕ ਪਵੇਗਾ, ਗ੍ਰੈਵਿਟੀ ਦੀ ਵੈਲਿਊ ਘਟੇਗੀ ਜਾਂ ਵਧੇਗੀ, ਉਹ ਚੈੱਕ ਕਰਨਾ ਆਪਾਂ ਨੇ। ਵੈਸੇ ਤਾਂ ਦੋਹਾਂ ਕੇਸਾਂ ਦੇ ਵਿੱਚ ਇਹਦੀ ਗ੍ਰੈਵਿਟੀ ਦੀ ਵੈਲਿਊ ਘਟੇਗੀ ਜੀ, ਡਾਊਨ ਜਾਏਗੀ। ਹੁਣ ਦੇਖਦੇ ਹਾਂ ਆਪਾਂ। ਹੁਣ ਆਪਾਂ ਨੇ ਇੱਕ ਕੇਸ ਲੈ ਲਿਆ ਉਰੇ ਏ, ਇੱਥੇ ਮੈਂ ਲੈ ਲਿਆ ਬੀ। ਠੀਕ ਹੈ ਜੀ, ਅਤੇ ਆਪਣਾ ਇੱਥੇ ਆਪਾਂ ਅਰਥ ਦਾ ਰੇਡੀਅਸ ਆਪਣਾ ਲੈਟ ਕਰ ਲਿਆ ਆਰ, ਅਤੇ ਆਹ ਡਿਸਟੈਂਸ ਆਪਾਂ ਲੈਟ ਕਰ ਲਿਆ ਐਚ। ਠੀਕ ਹੈ, ਅਤੇ ਟੋਟਲ ਡਿਸਟੈਂਸ ਕਿੰਨਾ ਆ ਗਿਆ ਆਪਣਾ, ਆਰ ਪਲੱਸ ਐਚ। ਠੀਕ ਹੈ ਜੀ, ਸਮਝ ਗੱਲਬਾਤ। ਆਪਾਂ ਇਹ ਕੇਸ ਲੈਂਦੇ ਹਾਂ, ਕੇਸ ਏ। ਇਸ ਥਾਂ 'ਤੇ ਕੋਈ ਮੰਨ ਲਓ ਆਪਣਾ ਉਰੇ ਬੋਡੀ ਪਈ ਹੈ, ਠੀਕ ਹੈ, ਇਹ 'ਤੇ ਤਾਂ ਉਹਨੂੰ ਕੀ ਗ੍ਰੈਵਿਟੀ ਮਹਿਸੂਸ ਹੋਊਗੀ। ਆਪਾਂ ਨੂੰ ਫਾਰਮੂਲਾ ਪਤਾ, ਜੀ ਇਜ਼ਕਸ ਟੂ ਜੀ ਐਮ ਓਵਰ ਆਰ ਸਕੁਅਰ। ਆਰ ਮੀਨਸ ਕਿ ਡਿਸਟੈਂਸ ਬਿਟਵੀਨ ਦੀ ਬੋਡੀ ਐਂਡ ਦੀ ਸੈਂਟਰ ਆਫ ਦੀ ਅਰਥ। ਤਾਂ ਆਰ ਦੀ ਵੈਲਿਊ ਉਰੇ ਕਿੰਨੀ ਹੈ ਆਪਣੇ ਕੋਲੇ, ਵੱਡੀ ਆਰ ਲਿਖ ਸਕਦੇ ਹਾਂ। ਸਮਝੇ, ਜੇ ਬੋਡੀ ਉਰੇ ਖੜੀ ਹੈ ਤਾਂ ਇਸ ਤੋਂ ਲੈ ਕੇ ਸੈਂਟਰ ਦੇ ਵਿੱਚ ਡਿਸਟੈਂਸ ਕਿੰਨਾ ਆਰ ਲੈਤਾ ਆਪਾਂ ਨੇ, ਤਾਂ ਆਪਾਂ ਆਰ ਸਕੁਅਰ ਨੀਚੇ ਲਿਖਦਾ। ਐਮ ਕੀ ਹੈ ਉਰੇ, ਮਾਸ ਆਫ ਦੀ ਅਰਥ, ਐਂਡ ਜੀ ਕੀ ਹੈ ਉਰੇ, ਗ੍ਰੈਵੀਟੇਸ਼ਨਲ ਕੌਂਸਟੈਂਟ। ਹੁਣ ਬੀ ਕੇਸ 'ਤੇ ਚੱਲਦੇ ਹਾਂ ਜੀ। ਕੇਸ ਬੀ, ਆਪਣਾ ਬੀ ਪੁਆਇੰਟ 'ਤੇ ਇੱਥੇ ਹੋਵੇ ਤਾਂ ਕੀ ਹੋਊਗਾ, ਆਪਾਂ ਜੀ ਡੈਸ਼ ਲੈ ਲਿਆ ਉਰੇ ਉੱਪਰ ਥਾਂ 'ਤੇ ਆਪਾਂ ਜੀ ਡੈਸ਼ ਲੈਟ ਕਰ ਲਿਆ ਤਾਂ ਜੀ ਡੈਸ਼ ਇਜ਼ ਇਕੁਅਲ ਟੂ ਜੀ ਐਮ ਓਵਰ ਆਰ ਸਕੁਅਰ ਹੋਣਾ ਚਾਹੀਦਾ। ਆਰ ਸਕੁਅਰ ਮੀਨਸ ਕਿ ਡਿਸਟੈਂਸ ਫਰੋਮ ਬੀ ਟੂ ਸੈਂਟਰ ਆਫ ਦੀ ਅਰਥ। ਤਾਂ ਸੈਂਟਰ ਆਫ ਦੀ ਅਰਥ ਤੋਂ ਲੈ ਕੇ ਬੀ ਤੱਕ ਦਾ ਡਿਸਟੈਂਸ ਕਿੰਨਾ ਜੀ ਆਪਣਾ, ਐਚ ਪਲੱਸ ਆਰ, ਤਾਂ ਆ ਜਾਏਗਾ ਜੀ ਐਮ ਓਵਰ ਆਰ ਪਲੱਸ ਐਚ ਦਾ ਸਕੁਅਰ। ਸਮਝੇ। ਹੁਣ ਦੋਵੇਂ ਕੇਸਿਸ ਨੂੰ ਡਿਵਾਈਡ ਕਰ ਦਿਓ, ਜੀ ਓਵਰ ਜੀ ਡੈਸ਼ ਇਜ਼ ਇਕਲ ਟੂ ਜੀ ਐਮ ਓਵਰ ਆਰ ਸਕੁਅਰ, ਨੀਚੇ ਜੀ ਐਮ, ਉੱਪਰ ਆ ਜਾਏਗਾ ਨਾ ਆਰ ਪਲੱਸ ਐਚ ਦਾ ਸਕੁਅਰ। ਸਮਝੇ ਜੀ, ਜੀ ਐਮ ਨਾਲ ਜੀ ਐਮ ਕੱਟ ਗਿਆ, ਆਰ ਪਲੱਸ ਐਚ ਦਾ ਹੋਲ ਸਕੁਅਰ ਓਵਰ ਆਰ ਸਕੁਅਰ, ਇਹ ਆ ਗਿਆ। ਤਾਂ ਖੋਲ੍ਹੋ ਇਹਨੂੰ ਮਾੜਾ ਜਿਹਾ ਆਪਣਾ, ਆਰ ਸਕੁਅਰ ਪਲੱਸ ਐਚ ਸਕੁਅਰ ਪਲੱਸ 2RH ਓਵਰ ਆਰ ਸਕੁਅਰ ਇਜ਼ ਇਕਲ ਟੂ ਜੀ ਓਵਰ ਜੀ ਡੈਸ਼। ਸਮਝ ਗੱਲਬਾਤ। ਹੁਣ ਦੇਖੋ ਜੀ, ਆਪਾਂ ਨੇ ਕੀ ਕੀਤਾ, ਆਰ ਸਕੁਅਰ ਪਲੱਸ ਐਚ ਸਕੁਅਰ ਪਲੱਸ 2RH ਓਵਰ ਆਰ ਸਕੁਅਰ ਇਜ਼ ਇਕਲ ਟੂ ਜੀ ਜੀ ਡੈਸ਼। ਹੁਣ ਆਪਾਂ ਨੂੰ ਦੇਖਣ ਨਹੀਂ ਪਤਾ ਚੱਲ ਰਿਹਾ ਹੈ ਵੀ ਜਿਹੜੀ ਆਰ ਪਲੱਸ ਆਹ ਚੀਜ਼, ਆਹ ਵੈਲਿਊ ਕੀ ਹੈ, ਜ਼ਿਆਦਾ ਹੋਏਗੀ ਐਜ਼ ਕੰਪੇਅਰ ਟੂ ਦਿਸ। ਉੱਪਰਲਾ ਡਿਨੋਮੀਨੇਟਰ ਜ਼ਿਆਦਾ ਹੋਏਗਾ ਤਾਂ ਇਕੁਅਲ ਟੂ ਦੇ ਕੇਸ ਦੇ ਵਿੱਚ ਵੀ ਡਿਨੋਮੀਨੇਟਰ ਕੀ ਹੈ, ਜ਼ਿਆਦਾ ਹੋਏਗਾ।
ज़्यादा क्यों, देखो आर स्क्वायर है, आर स्क्वायर प्लस एच स्क्वायर प्लस 2RH भी है, वैल्यू की सारे पॉजिटिव ਦੇ ਵਿੱਚ है। सो दैट्स वाई कि उपरली वैल्यू बड़ी होगी, मीनस कि जी डैश ਸਮੋਲਰ ਦੈਨ हो गया जी ਦੇ। ਸਮਝੇ? ਤਾਂ ਇੱਥੋਂ ਆਪਾਂ ਕਨਕਲੂਡ ਕਰ ਸਕਦੇ ਹਾਂ, ਜੇ ਆਪਾਂ ਧਰਤੀ ਦੇ ਉੱਪਰ ਤੋਂ ਲੈ ਕੇ ਧਰਤੀ ਸਰਫੇਸ ਤੋਂ ਉਸ ਦੇ ਉੱਪਰ ਹਾਈਟ ਤੱਕ ਜਾਣਾ ਸਟਾਰਟ ਕਰੀਏ ਤਾਂ ਆਪਣੀ ਵੈਲਿਊ ਕੀ ਹੈ ਜੀ ਦੀ ਡਾਊਨ ਜਾਣਾ ਸਟਾਰਟ ਹੋ ਜਾਏਗੀ। वैल्यू की है जी दी डाउन जाना स्टार्ट होगी, घटना स्टार्ट कर दूगी। चलिए अगे चलते हैं जी। इत्थे ध्यान च रखना है, इत्थे मास अपने टोटल अर्थ का कंसीडर किया, उरे भी होना ही सीगा क्योंकि मास पूरा ही हो रहा है ना, बट इत्थे की है मास अपना घटेगा। मान लो इस तो अपना ए पॉइंट है, एक मैं इत्थे लिया था बी पॉइंट, ठीक है, ये अपना रेडियस आर, आ चीज़ अपन जिन्हें नीचे आया वो डैप्थ मान ली डी मान ली। तो देखो ए ते अपनी जी की वैल्यू कितनी हो जाएगी, जी एम ओवर आर स्क्वायर, सिंपल। बट बी केस से थोड़ी दिक्कत आएगी, तो जी डैश की वैल्यू अपने को कितनी है, जी एम डैश ओवर आर कितना डिस्टेंस कितना रहेगा जी, आर माइनस डी का स्क्वायर। एम डैश क्यों लिया जी, हम देखो इत्थे की है ना, जितों लेके आ चीज़ इन्नी धरती का अपना मास ही है, वो भी वही कंसीडर होएगा ना, वही इफेक्टिव रहेगा जोड़ा कि अपनी बॉडी में एक अट्रैक्शन प्रोवाइड करेगा। सो तां करके आप आ चीज़ का मास ही कंसीडर करांगे उरे। तो मास कितना होगा, आ मास कितना होगा पहले चेक करना अपने, ठीक है। तो तुहानूं पता होना चाहिए जो मास की है कितना होंदा जी, मास इज इक्वल्स टू वॉल्यूम इंटू डेंसिटी, जब डेंसिटी इज इक्वल्स टू मास ओवर वॉल्यूम होंदा है तो हम वॉल्यूम इधर ले लेंगे, मास इज इक्वल्स टू डेंसिटी इंटू वॉल्यूम। आप लैट कर लिया जी डेंसिटी अर्थ की अपनी की है अनन्यू, इस तरह लैट कर लो, ठीक है। तो जो मास का जो अपनी धरती का मटीरियल सारा कितने सेम ही रहूगा, तो हमेशा डेंसिटी की सेम रहूगी। तो अगे चलते हैं जी, मास इज इक्वल्स टू न्यू वी होंदा है, ये सब नूं पता है। तो स्फीयर आप लैट की भी अपनी अर्थ है कि स्फेरिकल है, स्फेरिकल का ये अपना वॉल्यूम की होंदा 4/3 पाई आर क्यूब, ठीक है। तो एम की वैल्यू कितनी आ जाएगी, जी आ एम की वैल्यू कितनी आ जाएगी अपने को डेंसिटी, ठीक है, इंटू वॉल्यूम मीनस के 4/3 पाई आर क्यूब। सिमिलरली एम डैश की वैल्यू कितनी आ जाएगी, एम डैश की वैल्यू आ थां ते इन्ना मास, आ चीज़ ने अपना एम डैश बन लिया, तो कितनी आ जाएगी न्यू इंटू 4/3 पाई आर माइनस डी का क्यूब। दसो जी समझ आ रहा, नहीं समझ आ रहा तो मैं दोबारा करवा देना जी, आप रब कर लें। हूँ देखो मैं कि चलदा, इस चीज़ को भुल जाओ, ठीक है, वो आप एल्टीट्यूड कर लिया, हूँ आप करना डैप्थ वाला। अपने को बॉडी हैगी ए केस ले लिया, तो इत्थे की ले लिया बी केस, सॉरी इत्थे अपना सेंटर अर्थ था, इत्थे आप ले लिया बी केस, ठीक है। तो ए केस के उत्ते जी की वैल्यू कितनी होएगी, जे अगर अपनी अर्थ का रेडियस कितना आर ले लिया अपने, डैप्थ कितना नीचे आया वो डी ले लिया, ओके। सा अपना जो ए केस है उत्थे कितना आ जाएगा, जी एम ओवर आर स्क्वायर, इसका पता चल चुके अपन। उमी बी जो बी केस है उत्थे कितना आएगा जी, जी डैश की वैल्यू कितनी आ जाएगी, जी बट एरिया किहड़ा निचला एम डैश ओवर आर माइनस डी का स्क्वायर। आर माइनस डी क्यों है जी, इतों लैके इन्ना डिस्टेंस कितना है, जे आ सारा आर है उपरला डी है, तो आर दे डी माइनस कर दिया तो कितना बन जाएगा आर माइनस डी, ठीक है। सो आ चीज़ आ गई। हुण इत्थे एम डैश की वैल्यू अपने कड्ढनी है, पहला एम डैश की वैल्यू या एम वैल्यू कड्ढने वास्ते आप किया डेंसिटी ऑफ द अर्थ, डेंसिटी ऑफ अर्थ मैंने की ले ली जी म्यू, ठीक है। तो फार्मूला पता है अपन डेंसिटी की होंगी है मास ओवर वॉल्यूम, तो मास कितना आ जाएगा डेंसिटी इंटू वॉल्यूम, वॉल्यूम ऑफ आ स्फीयर आप बॉडी का अर्थ में आप स्फीयर लैके चलते हैं एक तरह का, तो स्फीयर का वॉल्यूम कितना होंगे 4/3 पाई आर क्यूब, ये भी पता है अपन। हम चलते हैं जी अगे, हूँ देखो मास के एम की वैल्यू कितनी आ गई डेंसिटी
इंटू 4/3 πr³ आ गया ना। तो एम डैश की वैल्यू कितनी आ जाएगी म्यू π/3 πr-d ठीक है। आ चीज़ कितनी अपना रेडियस कितना आ गया r-d समझे। हम इतने पुट कर दो जी न्यू 4/3 πr³ सिमिलरली उरे पुट करना अपने जी म्यू 4/3 πr-d⁻r-d² ਹੁਣ ਕੱਟ ਲਓ r² ਨਾਲ ਉੱਪਰਲਾ ਪਾਵਰ ਗਈ r-d² ਨਾਲ ਇਹਦੀ ਪਾਵਰ गई समझे। ਹੁਣ डिवाइड कर दो g/g' ऊपर कितना आ जाएगा जी म्यू 4/3 πr/g म्यू 4/3 πr-d समझे। आ चीज़ देखो सेम है आ सारी कट गई r/r/d आ गया अपना। ਹੁਣ ਇੱਥੇ देखो r ਵੱਡਾ या r-d ਵੱਡਾ है r ਦੇ ਵਿੱਚ ਕੁਝ ਘਟ ਰਿਹਾ मीनस कि अपनी निचली वैल्यू छोटी है मीनस कि r ਵੱਡਾ है ਉੱਪਰਲਾ अपना डिनोमीनेटर ਵੱਡਾ है मीनस कि g ਵੱਡਾ है तो g इज़ ग्रेटर दैन g डैश। ਤਾਂ ਕਿ अगर धरती नीचे जाना स्टार्ट करो या धरती के ऊपर जाना स्टार्ट करो तो अपनी ग्रैविटी की वैल्यू की है जी डाउन होंदी जाएगी समझे। सिंपल है। अगे चलते हैं। अगे देखो ग्रैविटेशनल पोटेंशियल की होंदा ग्रैविटेशनल पोटेंशियल की है मैंने मान लो एक पॉइंट ते ग्रैविटेशनल पोटेंशियल नू नोट करना है। कहता जी एक इन्फिनिटी तो जद किसी चीज़ नू एक बहुत दूरों उरे तक लैके आउण दे लई जिहड़ा मैंने इस ते वर्क डन कीता है एक यूनिट मास ते जिहड़ा मैं वर्क डन कीता है उन्होंने की कहने आपां अपना ग्रैविटेशनल पोटेंशियल। आ देख लो ग्रैविटेशनल पोटेंशियल एट अ पॉइंट कहता ग्रैविटेशन फील्ड ऑफ अ बॉडी इन अ ग्रैविटेशन फील्ड ऑफ अ बॉडी इज़ डिफाइंड एज द अमाउंट ऑफ वर्क डन। अमाउंट ऑफ वर्क डन कितना होया ਉਹਨੂੰ एक इन्फिनिटी तो यूनिट मास ਨੂੰ इन्फिनिटी तो एक पॉइंट तक लैके आने लई विदाउट एनी एक्सलरेशन ठीक है। सो एक इन्फिनिटी तो एक यूनिट मास ਨੂੰ एक पॉइंट तक लैके आने लई जिन्ना वर्क डन होया ਉਹਨੂੰ ਆਪਾਂ ਕਹਿੰਦੇ ਆ ग्रैविटेशनल पोटेंशियल। ਤੇ ਜਿਹੜਾ ਉਹ वर्क है जी उस बॉडी ਦੇ ਵਿੱਚ स्टोर हो जाऊगा ਆਪਾਂ ਉਹਨੂੰ ਕਹਾਂਗੇ ग्रैविटेशनल पोटेंशियल एनर्जी ठीक है। ਹੁਣ ਕਰਦੇ ਹਾਂ एक्सप्रैशन। ਹੁਣ ਆਪਣੇ ਕੋਲੇ बॉडीज़ ने ਹੈਗੀਆਂ ਆਪਾਂ ਨੇ ਇਸ ਦਾ बॉडी ले लिया अपना मास ले लो m ले लिया इस दा मास ਆਪਾਂ ਨੇ यूनिट मास है मीनस कि m की वैल्यू कितनी आ गई 1 kg ओके जी। तो डिस्टेंस आप इत्थे ले लेने दा इस थां तक r डिस्टेंस है बट ये उरों आई है इन्फिनिटी तो उरे तक आई है ठीक है। हुण देखो वर्क वर्क सानू पता की होंदा जी फोर्स इंटू डिस्टेंस सॉरी फोर्स इंटू डिसप्लेसमेंट ਇਹਦਾ पता अपन फोर्स डॉट डिसप्लेसमेंट लगा सकते हो जो वैक्टर फॉर्म से देखिए बट थे कोस की अपना कोस 0 हो जाएगा कोस 0 डिग्री मीनस कि कोस 0 डिग्री क्या है उन्हें 1 हो जाएगा। तो एफ एस जो स्मॉल वर्क देखना पे DW इजकल्स टू एफ इंटू DS आता पता है। ਹੁਣ चलते हैं जी कहते आ चीज़ अपने को कंडीशन है इन्फिनिटी तो एक बॉडी में आप एक r डिस्टेंस तक लैके आना है तो उस टाइम पर कितना वर्क होगा वो आप देखना। मैंने लेट कर लिया भी थोड़ा जा मतलब dr डिस्टेंस के लिए dr डिस्टेंस के लिए कितना वर्क किया आप स्मॉल वर्क देख लें बाद चो आपको इंटीग्रेशन कर देंगे वो तो अपने को होल वर्क आ जाएगा। एक छोटी चीज़ की स्टडी करके ਉਹਨੂੰ ਆਪਾਂ इंटीग्रेशन करके तो होल चीज़ की आप स्टडी कर सकते हैं। जो बहुत समॉल हो अपना जो पोर्शन है तो आप DR ले लिया जी स्मॉल छोटे जे डिस्टेंस वास्ते कितना वर्क होगा तो आप देखो DW इजिकल्स टू फोर्स की वैल्यू कितनी होएगी पहले देखो फोर्स कितना जी GM बड़ा वाला तो एक छोटे वाला M ओवर R² ठीक है। तो M आप की है 1 लेता जी तो GM ओवर R² आ गया इतने पुट कर दो GM ओवर R² तो अपना कितना डिस्टेंस है थोड़ा जा DR वास्ते कितना वर्क होया हुण इहदी इंटीग्रेशन कर लेने दोनों पासे DW तो अपना GM ओवर R² DR कितों लेता इन्फिनिटी तो R डिस्टेंस तक
ओके सो कर दो जी इंटीग्रेशन। जी एम कॉन्स्टेंट अपना जी एम बाहर आ जाएगा तो अंदर रह जाएगा अपने को इनफिनिटी टू आर 1/r² डी आर। समझी गल बात। ਹੁਣ ਸਾਨੂੰ ਕਰਨਾ ਆਉਂਦਾ ਹੈਗਾ ਨਾ, ਇਹਨੂੰ ਉੱਪਰ ਲੈ ਜਾਾਂਗੇ ਤਾਂ r ਦੀ ਪਾਵਰ -2 ਆ ਜਾਏਗਾ ਤੇ ਇਸ ਦੀ ਇੰਟੀਗ੍ਰੇਸ਼ਨ ਇਨਫਿਨਿਟੀ ਟੂ r ਕਰਨੀ ਹੈ ਆਪਾਂ ਨੇ ਡੀ ਆਰ। ਤਾਂ ਜਦੋਂ ਆਪਾਂ ਨੂੰ ਪਤਾ ਹੈ ਡੀ ਆਰ ਦੇ ਰਿਸਪੈਕਟ 'ਚ ਕਰ ਰਹੇ ਹਾਂਗੇ ਤਾਂ ਉੱਪਰ ਵਾਲੀ ਆਪਣੀ ਪਾਵਰ ਹੁੰਦੀ ਹੈ ਉਹ 'ਚ 1 ਐਡ ਹੋ ਜਾਏਗਾ ਤੇ ਜਿੰਨੀ ਆਪਣੀ ਪਾਵਰ ਬਣ ਜਾਏਗੀ ਉਹ ਆਪਾਂ ਨੀਚੇ ਡਿਵਾਈਡ ਕਰ ਦਾਂਗੇ ਉਨੀ। -2 + 1 -1 ਤਾਂ ਇੰਟੀਗ੍ਰੇਸ਼ਨ ਹੋ ਚੁੱਕੀ ਹੈ ਜੀ। ਤਾਂ ਇੱਥੇ ਇਨਫਿਨਿਟੀ ਇੱਥੇ r ਆਪਣੀ, ਇੱਕ ਸੈਕਿੰਡ, ਤੇ ਇੱਥੇ ਜੀ ਐਮ, ਇੱਥੇ ਕਿ W = ਜੀ ਐਮ r ਦੀ ਪਾਵਰ -2 + 1 ਓਵਰ -1 ਤੇ ਇੱਥੇ ਇਨਫਿਨਿਟੀ ਟੂ r। ਵੈਲਿਊ ਪੁੱਟ ਕਰੋ, r ਨੂੰ ਪਹਿਲਾਂ ਪੁੱਟ ਕਰੋ ਇਹਦੇ ਵਿੱਚ r -1 ਓਵਰ -1। ਹੁਣ ਇਨਫਿਨਿਟੀ ਪੁੱਟ ਕਰਨੀ ਹੈ ਆਪਾਂ ਨੇ, ਇੱਥੇ ਮਾਈਨਸ ਲਗਾਓ ਪਹਿਲਾਂ ਫਿਰ ਇਨਫਿਨਿਟੀ ਪੁੱਟ ਕਰੋ ਜੀ। ਇਨਫਿਨਿਟੀ ਦੀ ਪਾਵਰ -1 ਓਵਰ -1, ਠੀਕ ਹੈ। ਇਨਫਿਨਿਟੀ ਨੀਚੇ ਆ ਜਾਏਗੀ 1/∞ ਜਾਂ ਪਲੱਸ, ਇੱਥੇ ਪਲੱਸ ਬਣ ਜਾਏਗਾ ਤੇ ਨੀਚੇ ਆ ਜਾਏਗਾ 1 - r ਤੇ ਬਾਹਰ ਕਿੰਨਾ ਜੀ ਆਪਣਾ ਜੀ ਐਮ = W, ਠੀਕ ਹੈ ਜੀ। ਆਪਾਂ ਨੂੰ ਪਤਾ ਜੀ 1/∞ ਹੋਵੇ -1/∞ ਹੋਵੇ ਉਹ ਕੀ ਹੁੰਦਾ ਆਪਣਾ 0 ਹੁੰਦਾ ਹੈ। ਤਾਂ ਆਹ ਚੀਜ਼ ਆਪਣਾ ਟਰਮ ਕੀ 0 ਬਣ ਜਾਏਗੀ ਤਾਂ ਆਪਣਾ ਬਣ ਜਾਏਗਾ ਇੱਥੇ, ਇੱਧਰ ਲਿਖ ਲੈਂਦੇ ਆਪਾਂ W = ਜੀ ਐਮ ਓਵਰ -r ਜਾਂ W = -GM ਓਵਰ R। ਇੱਥੇ ਕੀ ਹੈ, ਇਹਨੂੰ ਪੋਟੈਂਸ਼ੀਅਲ ਨੂੰ ਆਪਾਂ V ਨਾਲ ਵੀ ਰਿਪਰਜੈਂਟ ਕਰ ਸਕਦੇ ਹਾਂ ਤੇ V = GM ਓਵਰ R। ਹਲੋ ਐਕਸਪ੍ਰੈਸ਼ਨ ਹੋ ਗਿਆ ਆਪਣਾ, ਜਮਾ ਸਿੰਪਲ ਹੈ ਜੀ। ਥੋੜ੍ਹਾ ਜਿਹਾ ਪਹਿਲਾਂ ਛੋਟਾ ਜਿਹਾ ਵਰਕ ਕੱਢ ਲਓ, ਕੱਢ ਲਿਆ ਤਾਂ ਛੋਟਾ ਜਿਹਾ ਵਰਕ ਦੇ ਲਈ ਜਿਹੜਾ ਵੀ ਫਾਰਮੂਲਾ ਆਪਣਾ ਲਾਤੇ ਉਸ ਤੋਂ ਬਾਅਦ ਇਹਦੀ ਇੰਟੀਗ੍ਰੇਸ਼ਨ ਕਰ ਦਿਓ ਇਨਫਿਨਿਟੀ ਤੋਂ r ਤੱਕ ਲਿਆਉਣ ਦੇ ਲਈ। ਨੈਕਸਟ ਚੱਲਦੇ ਹਾਂ ਜੀ। ਤੁਹਾਨੂੰ ਦੱਸ ਚੁੱਕੇ ਹਾਂ ਵੀ ਇਨਫਿਨਿਟੀ ਤੋਂ ਮੈਂ ਇੱਕ ਆਬਜੈਕਟ ਨੂੰ, ਇੱਕ ਆਪਣੀ ਬੋਡੀ ਨੂੰ ਲੈ ਕੇ ਆਇਆ ਇੱਕ ਪਰਟੀਕੂਲਰ ਡਿਸਟੈਂਸ ਦੇ ਉੱਤੇ, r ਡਿਸਟੈਂਸ ਦੇ ਉੱਤੇ, ਤਾਂ ਉਸ ਟਾਈਮ 'ਤੇ ਜਿਹੜਾ ਆਪਣਾ ਵਰਕ ਹੋਇਆ ਉਸ ਚੀਜ਼ ਨੂੰ ਉਹ ਕੀ ਉਸ ਬੋਡੀ 'ਚ ਸਟੋਰ ਹੋ ਗਿਆ। ਬੋਡੀ 'ਚ ਸਟੋਰ ਹੋ ਗਿਆ ਉਹਨੂੰ ਆਪਾਂ ਕਹਿੰਦੇ ਨੇ ਗ੍ਰੈਵੀਟੇਸ਼ਨ ਪੋਟੈਂਸ਼ੀਅਲ ਐਨਰਜੀ। ਆ ਦੇਖੋ ਪੋਟੈਂਸ਼ੀਅਲ ਐਨਰਜੀ ਆਫ ਅ ਬੋਡੀ ਐਟ ਅ ਪੋਜੀਸ਼ਨ is defined as the amount of work in bringing a body from the infinity means ਕਿ ਜ਼ੀਰੋ ਪੋਟੈਂਸ਼ੀਅਲ ਐਨਰਜੀ ਤੋਂ ਉਸ ਪੁਆਇੰਟ ਤੱਕ, ਇੱਕ ਇਨਫਿਨਿਟੀ 'ਤੇ ਹੈ ਜੀ। ਮੰਨ ਲਓ ਉਰੋਂ ਮੈਂ ਇਨਫਿਨਿਟੀ ਤੋਂ ਬੋਡੀ ਨੂੰ ਉਰੇ ਤੱਕ ਲੈ ਕੇ ਆਇਆ, ਇੱਥੇ ਜ਼ੀਰੋ ਪੋਟੈਂਸ਼ੀਅਲ ਐਨਰਜੀ ਹੈ, ਇੱਥੇ ਉਹਦੇ ਵਿੱਚ ਕੁਛ ਐਨਰਜੀ ਹੈ ਤਾਂ ਇਸ ਥਾਂ 'ਤੇ ਆਉਣ ਦੇ ਲਈ ਜਿਹੜਾ ਵਰਕ ਹੋਇਆ ਉਹ ਐਨਰਜੀ ਦੀ ਫਾਰਮ 'ਚ ਸਟੋਰ ਹੋ ਜਾਊਗਾ ਅਤੇ ਉਹਨੂੰ ਆਪਾਂ ਕਹਿੰਦੇ ਹਾਂ ਗ੍ਰੈਵੀਟੇਸ਼ਨ ਪੋਟੈਂਸ਼ੀਅਲ ਐਨਰਜੀ। ਜ਼ੀਰੋ ਲੈਵਲ ਪੋਟੈਂਸ਼ੀਅਲ ਐਨਰਜੀ ਕਿੱਥੇ ਕੀ ਹੁੰਦੀ ਹੈ, ਜਦੋਂ ਬੋਡੀ ਇਨਫਿਨਿਟੀ 'ਤੇ ਹੈ ਉਹਦੇ ਵਿੱਚ ਕੁਛ ਐਨਰਜੀ ਨਹੀਂ ਹੈਗੀ, ਆਪਾਂ ਮੰਨ ਕੇ ਚੱਲਦੇ ਹਾਂ ਤਾਂ ਉਹਨੂੰ ਆਪਾਂ ਕਹਿੰਦੇ ਹਾਂ ਜ਼ੀਰੋ ਲੈਵਲ ਪੋਟੈਂਸ਼ੀਅਲ ਐਨਰਜੀ। ਆਹ ਦੇਖ ਲਓ, ਪੜ੍ਹ ਲਓ ਉਹਨੂੰ, ਵੈਨ ਅ ਬੋਡੀ ਲਾਈਜ਼ ਐਟ ਇਨਫਿਨਿਟੀ ਵਿਦ ਰਿਸਪੈਕਟ ਟੂ ਅਨਦਰ ਬੋਡੀ। ਤਾਂ ਜਿਹੜੀ ਗ੍ਰੈਵੀਟੇਸ਼ਨ ਅਟਰੈਕਸ਼ਨ ਉਹਨਾਂ ਵਿੱਚ ਕੀ ਹੈ ਜ਼ੀਰੋ ਹੋਊਗੀ ਤਾਂ ਉਸ ਟਾਈਮ 'ਤੇ ਆਪਾਂ ਕਹਿ ਦਿੰਦੇ ਹਾਂ ਉਹਨੂੰ ਪੋਟੈਂਸ਼ੀਅਲ ਐਨਰਜੀ ਕੀ ਆ ਉਸ ਬੋਡੀ ਦੀ ਜ਼ੀਰੋ ਹੈ। ਹੁਣ ਚੱਲਦੇ ਹਾਂ ਐਕਸਪ੍ਰੈਸ਼ਨ ਦੇਖ ਲੈਂਦੇ ਆਪਾਂ। ਬਸ ਇੱਥੇ ਤੇ ਕੀ ਹੈ, ਉੱਥੇ ਆਪਣੇ ਐਮ ਦੀ ਵੈਲਿਊ ਜਿਹੜੀ ਆਪਣੀ ਛੋਟੀ ਐਮ ਸੀ ਉਹਦੀ ਵੈਲਿਊ ਆਪਣੇ 1 ਲੈਤੀ ਸੀ, ਇੱਥੇ 1 ਨਹੀਂ ਲੈਣੀ, ਇਹਨੂੰ ਆਪਾਂ ਲੈ ਕੇ ਚੱਲਣਾ। ਹੁਣ ਦੇਖੋ r ਡਿਸਟੈਂਸ ਹੈਗਾ, ਇਹ ਆਪਣੀ ਬੋਡੀ ਕਿੰਨੀ ਹੈਗੀ ਵੱਡੇ ਐਮ ਦੀ, ਠੀਕ ਹੈ, ਅਤੇ ਆਪਣਾ ਇਹ ਛੋਟਾ ਐਮ ਹੋ ਗਿਆ ਅਤੇ ਛੋਟਾ ਜਿਹਾ ਡਿਸਟੈਂਸ ਆਪਾਂ ਡੀ ਆਰ ਦੇ ਲਈ ਪਹਿਲਾਂ ਵਰਕ ਕੱਢਾਂਗੇ DW = F/d/r। ਐਫ ਦੀ ਵੈਲਿਊ ਦੇਖੋ GM ਓਵਰ r², ਸਭ ਨੂੰ ਪਤਾ ਹੈ ਤਾਂ ਆਪਾਂ ਇੰਟੀਗ੍ਰੇਸ਼ਨ ਕਰ ਸਕਦੇ ਹਾਂ। ਹੁਣ ਤਾਂ ਟੋਟਲ ਆਪਣੇ ਕੋਲ ਵਰਕ ਨਿਕਲ ਜਾਏਗਾ, ਟੋਟਲ ਵਰਕ ਕਿੰਨਾ ਆ ਜਾਏਗਾ ਜੀ GM ਅਤੇ ਇੱਥੇ ਆ ਜਾਏਗਾ 1/r² ਡੀ ਆਰ ਅਤੇ ਇਹਦੀ ਇੰਟੀਗ੍ਰੇਸ਼ਨ ਕਿੱਥੋਂ ਹੋਊਗੀ ਜੀ ਇਨਫਿਨਿਟੀ ਟੂ r, ਠੀਕ ਹੈ। ਤਾਂ ਦੇਖੋ ਸੇਮ ਗੱਲਬਾਤ ਹੀ ਬਣ ਜਾਏਗੀ ਉਹਦਾ ਆਪਣਾ 1/r -1 ਇੰਟੀਗ੍ਰੇਸ਼ਨ ਕਰ ਲਿਓ ਆਪਣੀ, ਇਹਨੂੰ ਉੱਪਰ ਲੈ ਜਿਓ -2 + 1 ਹੋ ਜਾਏਗਾ ਅਤੇ ਨੀਚੇ -1 ਨਾਲ ਹੋ ਜਾਏਗਾ, ਠੀਕ ਹੈ। ਅਤੇ ਇਨਫਿਨਿਟੀ ਟੂ r ਕਿੰਨਾ ਆ ਜਾਏਗਾ ਉਰੇ GM ਓਵਰ -1 ਓਵਰ r + 0, ਓਕੇ। W = ਆ ਗਿਆ W GM ਓਵਰ r, ਅੱਗੇ ਮਾਈਨਸ ਹੈ ਤਾਂ ਆਪਾਂ ਪਿੱਛੇ ਦੇਖਿਆ ਸੀਗਾ V ਕਿੰਨਾ ਹੁੰਦਾ ਹੈ -GM ਓਵਰ r, ਤਾਂ ਇੱਥੇ ਪੁੱਟ ਕਰ ਦਿਓ W = BM। ਇਹ ਆਪਣਾ ਕੀ ਆ ਗਿਆ ਜੀ ਵਰਕ ਆ ਗਿਆ, ਉਹ ਸੌਰੀ ਗ੍ਰੈਵੀਟੇਸ਼ਨ ਪੋਟੈਂਸ਼ੀਅਲ ਐਨਰਜੀ ਆ ਗਈ, ਠੀਕ ਹੈ। ਸਿੰਪਲ ਚੀਜ਼ ਸਮਝ ਆ ਗਈ, ਜੇ ਡਾਊਟ ਆ ਤਾਂ ਪੁੱਛ ਲਓ, ਅੱਗੇ ਚੱਲਦੇ ਹਾਂ।
लो जी नैक्सट अपना ऑर्बिटल स्पीड ऑफ द सैटेलाइट। ਤਾਂ ਕਹਿੰਦੇ ਇੱਥੇ ਕਿ ਮਿਨੀਮਮ ਸਪੀਡ ਜਿਹੜੀ ਵੀ ਕਿਸੇ ਵੀ ਸੈਟੇਲਾਈਟ ਨੂੰ ਆਪਣੀ ਧਰਤੀ ਦੇ ਆਲੇ ਦੁਆਲੇ ਘੁੰਮਣ ਦੇ ਲਈ ਧਰਤੀ ਦੇ ਔਰਬਿਟਲ ਦੇ ਵਿੱਚ ਲਿਆਉਣ ਦੇ ਲਈ ਜ਼ਰੂਰਤ ਪੈਂਦੀ ਹੈ, ਉਹਨੂੰ ਆਪਾਂ ਕਹਿੰਦੇ ਹਾਂ ਜੀ ਔਰਬਿਟਲ ਸਪੀਡ। ਦੇਖੋ ਮੈਂ ਧਰਤੀ ਦੇ ਉੱਤੇ ਇੱਕ ਟਾਵਰ ਤੋਂ ਨਾ ਇੱਕ ਚੀਜ਼ ਲਾਂਚ ਕਰਾਂ ਸਿੱਟਾਂ ਤਾਂ ਕਿ ਇਹ ਧਰਤੀ ਦੇ ਉੱਪਰ ਇੱਕ ਪੈਰਾਬੋਲਿਕ ਪਾਥ ਫੋਲੋ ਕਰਦੀ ਹੋਈ ਡਿੱਗਣਾ ਸਟਾਰਟ ਕਰ ਦੇਗੀ। ਬਟ ਜੇ ਮੈਂ ਹੋਰੀਜ਼ੋਨਟਲ ਸਪੀਡ ਵਧਾਉਂਦਾ ਜਾਵਾਂ ਥੋੜ੍ਹੀ ਦੂਰ ਡਿੱਗ ਜੇਗੀ, ਹੋਰ ਥੋੜ੍ਹੀ ਦੂਰ ਡਿੱਗ ਜੇਗੀ। ਬਟ ਇੱਕ ਇਹੋ ਜਿਹਾ ਪੁਆਇੰਟ ਆਊਗਾ ਹੋਰੀਜ਼ੋਨਟਲ ਸਪੀਡ ਵਧਾਉਂਦੇ ਹੋਏ ਜਿਸ ਤੋਂ ਬਾਅਦ ਧਰਤੀ ਦੇ ਉੱਤੇ ਉਹਨੂੰ ਡਿੱਗਣਾ ਬੰਦ ਕਰ ਦੇਣਾ, ਬਲਕਿ ਧਰਤੀ ਦੇ ਆਸ-ਪਾਸ ਘੁੰਮਣਾ ਸਟਾਰਟ ਕਰ ਦੂਗੀ। ਉਹਨੂੰ ਆਪਾਂ ਕਹਿੰਦੇ ਹਾਂ ਜੀ ਔਰਬਿਟਲ ਸਪੀਡ ਜਾਂ ਹੋਰੀਜ਼ੋਨਟਲ ਸਪੀਡ। ਠੀਕ ਹੈ, ਤੂੰ ਕਰਨਾ ਸਟਾਰਟ। ਤਾਂ ਆਪਾਂ ਇਹਨੂੰ ਵੀ ਆਪਾਂ ਕੈਲਕੂਲੇਟ ਕਰਨਾ ਹੈ। ਮੇਨਲੀ 7.92 ਕਿਲੋਮੀਟਰ ਪਰ ਸੈਕਿੰਡ ਦੇ ਅਪਰੋਕਸ ਹੁੰਦੀ ਹੈਗੀ। ਤਾਂ ਆਪਾਂ ਇਹਨੂੰ ਕੈਲਕੂਲੇਟ ਕਰਾਂਗੇ ਜੀ। ਦੇਖੋ ਆਪਾਂ ਕੀ ਕੀਤਾ, ਇੱਕ ਸੈਟੇਲਾਈਟ ਲੈ ਲਈ ਮੈਨੇ, ਇਹ ਧਰਤੀ ਹੈ, ਆਪਣੀ ਧਰਤੀ ਦਾ ਸੈਂਟਰ ਹੈਗਾ। ਇਹਦੇ ਵਿੱਚ ਡਿਸਟੈਂਸ ਕਿੰਨਾ ਆਪਾਂ ਲੈ ਲਿਆ ਜੀ, ਆਰ ਲੈ ਲਿਆ। ਸੋਰੀ ਆਪਾਂ ਧਰਤੀ ਦਾ ਰੇਡੀਅਸ ਆਰ ਲੈ ਕੇ ਚੱਲਦੇ ਹਾਂ ਕਿਉਂਕਿ ਸੌਖਾ ਰਹੂਗਾ ਤੁਹਾਨੂੰ, ਨਹੀਂ ਤਾਂ ਉਲਝ ਜਾਵਾਂਗੇ। ਆਪਾਂ ਵੱਡੀ ਆਰ ਪਹਿਲਾਂ ਲੈਤੀ ਹੈ ਨਾ, ਤਾਂ ਕਰਕੇ ਵੱਡੀ ਆਰ ਹੀ ਲੈ ਕੇ ਚੱਲੋ। ਧਰਤੀ ਦਾ ਰੇਡੀਅਸ ਆਪਾਂ ਨੇ ਵੱਡਾ ਆਰ ਲੈ ਲਿਆ ਅਤੇ ਜਿਹੜਾ ਡਿਸਟੈਂਸ ਹੈ ਇਹਦੇ ਵਿੱਚੋਂ ਧਰਤੀ ਤੋਂ ਉੱਪਰ ਇਹ ਹਾਈਟ ਐਚ ਹੈਗੀ ਅਤੇ ਟੋਟਲ ਡਿਸਟੈਂਸ ਆਪਾਂ ਨੇ ਆਰ ਲੈ ਲਿਆ, ਛੋਟਾ ਆਰ। ਠੀਕ ਹੈ, ਆਪਾਂ ਨੂੰ ਇੱਕ ਫਾਰਮੂਲਾ ਪਤਾ ਹੋਣਾ ਚਾਹੀਦਾ ਜੀ, ਸੈਂਟਰੀਪੀਟਲ ਫੋਰਸ ਅਤੇ ਨਾਲ ਹੀ ਆਪਣਾ ਫੋਰਸ ਆਫ ਗ੍ਰੈਵੀਟੇਸ਼ਨ। ਆਹ ਰਾਈਟਿੰਗ ਸੋਰੀ ਚੈੱਕ ਕਰ ਲਿਓ। ਅੱਗੇ ਦੇਖੋ ਸੈਂਟਰੀਪੀਟਲ ਫੋਰਸ ਕੀ ਕਹਿੰਦੀ ਹੁੰਦੀ ਹੈ, ਇਹਦਾ ਫਾਰਮੂਲਾ ਕੀ ਹੁੰਦਾ, F = mv²/r। ਆਰ ਕੀ ਹੈ ਜੀ, ਡਿਸਟੈਂਸ ਬਿਟਵੀਨ ਦੀ ਸੈਟੇਲਾਈਟ ਐਂਡ ਦੀ ਅਰਥ। ਠੀਕ ਹੈ, ਵੈਲੋਸਿਟੀ ਕੀ ਹੈ, ਜਿਹੜੀ ਸੈਟੇਲਾਈਟ ਦੀ ਵੈਲੋਸਿਟੀ ਹੋਊਗੀ। ਐਮ ਕੀ ਹੈ, ਮਾਸ ਉਹਦੀ ਸੈਟੇਲਾਈਟ। ਅਤੇ ਇੱਥੇ ਫੋਰਸ ਆਫ ਗ੍ਰੈਵੀਟੇਸ਼ਨ ਆਪਾਂ ਨੂੰ ਪਤਾ F ਅਕੋਰਡਿੰਗ ਟੂ ਨਿਊਟਨ ਸੈਕਿੰਡ ਲੋ, ਨਿਊਟਨਸ ਲੋ ਜਿਹੜੀ ਫੋਰਸ ਹੈ ਉਹ ਡਿਪੈਂਡ ਕਰਦੀ ਹੈ ਮਾਸ ਦੇ ਮਲਟੀਪਲ 'ਤੇ ਅਤੇ ਨਾਲ ਗ੍ਰੈਵੀਟੇਸ਼ਨ ਕੋਂਸਟੈਂਟ ਓਵਰ r²। ਆਹ ਚੀਜ਼ ਪਤਾ ਜੀ, ਸਭ ਨੂੰ ਪਤਾ। ਜਦੋਂ ਧਰਤੀ ਦੇ ਆਲੇ ਦੁਆਲੇ ਆਪਣੀ ਕੋਈ ਵੀ ਸੈਟੇਲਾਈਟ ਮੂਵ ਕਰਦੀ ਹੈ ਤਾਂ ਉਹਦੀ ਸੈਂਟਰੀਪੀਟਲ ਫੋਰਸ ਜਿਹੜੀ ਆਪਣੀ ਗ੍ਰੈਵੀਟੇਸ਼ਨ ਫੋਰਸ ਹੈ ਉਹ ਸੈਂਟਰੀਪੀਟਲ ਫੋਰਸ ਦਾ ਕੰਮ ਕਰਦੀ ਹੈ। ਮੀਨਸ ਕਿ ਦੋਨੇ ਫੋਰਸਿਸ ਕੀ ਆਪਸ ਦੇ ਵਿੱਚ ਇਕੁਅਲ ਹੋਣਗੀਆਂ, ਤਾਂ ਮੀਨਸ ਕਿ mv²/r =gmm/r²। ਦੋਨੋਂ ਕਿੰਨੇ ਜੀ, ਇਕੁਅਲ ਹੋਣਗੇ। ਇੱਥੋਂ v ਦੀ ਵੈਲਿਊ ਕੱਢ ਲਓ। v ਦੀ ਵੈਲਿਊ ਆਪਣੇ ਕੋਲ ਇੱਥੇ ਆ ਜਾਏਗੀ r ਨਾਲ r² ਦਾ ਪਾਵਰ m ਨਾਲ m ਕੱਟ ਗਿਆ ਤਾਂ ਆ ਜਾਏਗਾ gm/r ਦਾ √ ਆ ਗਿਆ ਨਾ ਜੀ, ਇਹ ਚੀਜ਼ ਆ ਗਈ ਨਾ। ਇੱਕ ਆਪਾਂ ਨੇ ਨਾ ਪਹਿਲਾਂ ਫਾਰਮੂਲਾ ਕਰ ਚੁੱਕੇ ਹਾਂ, g = gm/r² ਹੁੰਦਾ। ਇੱਥੇ r ਕੀ ਹੁੰਦਾ, ਰੇਡੀਅਸ ਆਫ ਦੀ ਅਰਥ, m ਕੀ ਹੁੰਦਾ, ਮਾਸ ਆਫ ਦੀ ਅਰਥ, g ਕੀ ਗ੍ਰੈਵੀਟੇਸ਼ਨ ਕੋਂਸਟੈਂਟ। ਤਾਂ ਇੱਥੋਂ gm ਦੀ ਵੈਲਿਊ ਕੱਢੋ। gm ਦੀ ਵੈਲਿਊ ਕਿੰਨੀ ਆ ਜਾਏਗੀ, r²g। ਇੱਥੇ ਪੁੱਟ ਕਰ ਦਿਓ v = √gr²/r। r ਦੀ ਵੈਲਿਊ ਕਿੰਨੀ ਹੈ ਆਪਣੀ, ਇੱਥੋਂ ਦੇਖਣ ਨੂੰ ਪਤਾ ਚੱਲਦਾ ਆਪਾਂ ਨੂੰ, r = r+h ਹੁੰਦਾ। ਤਾਂ ਇੱਥੇ ਪੁੱਟ ਕਰ ਦਿਓ ਜੀ v = r ਕਾਮਨ ਕੱਢ ਲਿਆ ਆਪਾਂ ਨੇ, g/r+h। ਸਮਝ ਪਾ ਰਹੇ ਹੋ, ਬਸ ਆਹੀ ਰਿਲੇਸ਼ਨ ਹੈ ਆਪਣਾ ਜੀ, ਮੇਨ ਰਿਲੇਸ਼ਨ ਤਾਂ ਆਹੀ ਹੈ। ਇੱਥੇ ਧਿਆਨ 'ਚ ਦੇਖੋ ਜਿਹੜਾ h ਹੈ ਉਹ ਨੀਚੇ ਹੈ ਨਾ, ਮੀਨਸ ਕਿ b ਡਾਇਰੈਕਟਲੀ ਇਨਵਰਸਲੀ ਪ੍ਰੋਪੋਰਸ਼ਨਲ h ਦੇ। ਕੋਈ ਵੀ ਸੈਟੇਲਾਈਟ ਦੀ ਹਾਈਟ ਧਰਤੀ ਸਰਫੇਸ ਤੋਂ ਉੱਪਰ ਵੱਧਦੀ ਜਾਏਗੀ ਤਾਂ ਵੈਲੋਸਿਟੀ ਕੀ ਘਟਦੀ ਜਾਏਗੀ। ਜਿੰਨੀ ਨਜ਼ਦੀਕ ਹੋਊਗੀ ਸੈਟੇਲਾਈਟ ਉਨੀ ਵੈਲੋਸਿਟੀ ਉਹਦੀ ਜ਼ਿਆਦਾ ਹੋਊਗੀ, ਜਿੰਨੀ ਦੂਰ ਹੋਊਗੀ ਉਹਦੀ ਵੈਲੋਸਿਟੀ ਕੀ ਘੱਟ ਹੋਊਗੀ। ਠੀਕ ਹੈ, ਹੁਣ ਇਸ ਤੋਂ ਬਾਅਦ ਨਾ ਜੀ ਇਹਨੂੰ ਮਾੜਾ ਰਿਲੇਸ਼ਨ ਨੂੰ ਆਪਾਂ ਨੰਬਰ ਫੋਰਮ ਦੇ ਵਿੱਚ ਮੇਨਲੀ ਇਸ ਨੰਬਰ ਤੱਕ ਲਿਆਉਣ ਦੇ ਲਈ ਕੀ ਕਰਦੇ ਹਾਂ, r+h ਨੂੰ ਆਪਾਂ ਮੰਨ ਲੈਂਦੇ ਹਾਂ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ, ਵੀ ਇਕੁਅਲ ਟੂ ਹੈ, ਨਜ਼ਦੀਕ ਹੈ ਇਹ r ਦੇ। ਤਾਂ ਇੱਥੇ ਪੁੱਟ ਕਰ ਦਾਂਗੇ v = r√g/r। ਠੀਕ ਹੈ, ਉਸ ਤੋਂ ਬਾਅਦ ਰੇਡੀਅਸ ਆਫ ਦੀ ਅਰਥ ਪਤਾ ਹੈ 6400 ਕਿਲੋਮੀਟਰ ਦੇ ਅਪਰੋਕਸ ਹੁੰਦਾ ਹੈ। ਜੀ ਦੀ ਵੈਲਿਊ ਪਤਾ ਆਪਾਂ ਨੂੰ 9.8 ਮੀਟਰ ਪਰ ਸੈਕਿੰਡ ਸਕੁਏਅਰ ਹੁੰਦੀ ਹੈ। ਇਹਨੂੰ ਪੁੱਟ ਕਰਕੇ ਆਪਣੇ ਕੋਲ ਆਹ ਵੈਲਿਊ ਆ ਜਾਂਦੀ ਹੈ। ਠੀਕ ਹੈ, ਇਹ ਬਸ ਧਿਆਨ 'ਚ ਰੱਖਣੀ ਚੀਜ਼, ਹੋਰ ਕੁਛ ਨਹੀਂ ਹੈਗਾ। ਬਸ ਇੰਨਾ ਕੀ ਹੈ, ਸਾਰਿਆਂ ਨਾਲੋਂ ਸਿੰਪਲ ਟੋਪਿਕ ਹੈ ਜੀ ਔਰਬਿਟਲ ਸਪੀਡ। ਮੇਨਲੀ ਸੈਂਟਰੀਪੀਟਲ ਫੋਰਸ ਅਤੇ ਗ੍ਰੈਵੀਟੇਸ਼ਨ ਫੋਰਸ ਨੂੰ ਇੱਕੋ ਰੱਖ ਦਿਓ। ਉਸ ਤੋਂ ਬਾਅਦ ਕੀ ਹੈ, ਆਪਣਾ ਜੀ ਦੀ ਵੈਲਿਊ ਪੁੱਟ ਕਰ ਦਿਓ ਕਰਕੇ v ਦੀ ਫੋਰਮ ਦੇ ਵਿੱਚ ਇਸ ਤਰ੍ਹਾਂ ਫਾਰਮੂਲਾ ਆ ਜਾਏਗਾ। ਇਸ ਤੋਂ ਬਾਅਦ ਕੀ ਹੈ, r+h ਨੂੰ ਅਪਰੋਕਸੀਮੇਟਲੀ r ਦੇ ਇੱਕੋ ਰੱਖ ਕੇ ਤਾਂ ਇੱਥੇ ਵੈਲਿਊ ਪੁੱਟ ਕਰ ਸਕਦੇ ਹੋ। ਅਰਥ ਦਾ ਆਪਣਾ ਰੇਡੀਅਸ ਮੰਨ ਕੇ ਚੱਲਦੇ ਹਾਂ ਆਪਾਂ 6400 ਕਿਲੋਮੀਟਰ ਅਤੇ ਜਿਹੜੀ ਗ੍ਰੈਵੀਟੇਸ਼ਨ ਜੀ ਦੀ ਵੈਲਿਊ ਆਪਾਂ ਨੂੰ ਪਤਾ 9.8 ਮੀਟਰ ਪਰ ਸੈਕਿੰਡ ਸਕੁਏਅਰ ਹੁੰਦੀ ਹੈ। ਜਿਹਨੂੰ ਪੁੱਟ ਕਰਾਂਗੇ ਇਹਦੇ ਵਿੱਚ ਆਪਣੇ ਕੋਲ ਆ ਜਾਏਗਾ 7.92 ਕਿਲੋਮੀਟਰ ਪਰ ਸੈਕਿੰਡ। ਠੀਕ ਹੈ, ਅੱਗੇ ਚੱਲਦੇ ਹਾਂ। ਨੈਕਸਟ ਦੇਖੋ ਜੀ, escape velocity ਉਹ velocity
ਜਿਹਦੇ ਨਾਲ ਮੈਂ ਆਪਣੀ ਸਰਫੇਸ ਦੇ ਤੋਂ ਧਰਤੀ ਦੇ ਉੱਤੋਂ ਇੱਕ ਚੀਜ਼ ਨੂੰ ਲਾਂਚ ਕਰਾਂ, ਮਿਨੀਮਮ ਵੈਲੋਸਿਟੀ ਨਾਲ ਲਾਂਚ ਕਰਾਂ, ਤਾਂ ਉਹ ਧਰਤੀ ਦੇ ਗ੍ਰੈਵਿਟੇਸ਼ਨ ਪੁੱਲ ਤੋਂ ਬਾਹਰ ਨਿਕਲ ਜੇ। ਮਿਨੀਮਮ ਸਪੀਡ ਵਿਦ ਵਿਚ ਆ ਬੋਡੀ ਥਰੋਨ ਵਰਟੀਕਲ ਅਪਵਰਡ, ਉੱਪਰ ਨੂੰ ਮੈਂ ਲਾਂਚ ਕਰਾਂ, ਉਹ ਐਸਕੇਪ ਕਰ ਜੇ ਧਰਤੀ ਦੇ ਗ੍ਰੈਵਿਟੇਸ਼ਨ ਪੁੱਲ ਦੇ ਵਿੱਚੋਂ, ਉਹਨੂੰ ਆਪਾਂ ਕਹਿੰਦੇ ਆ ਐਸਕੇਪ ਵੈਲੋਸਿਟੀ। ਮਿਨੀਮਮ ਕਿੰਨੀ ਸਪੀਡ ਨਾਲ ਮੈਂ ਲਾਂਚ ਕਰਾਂ ਧਰਤੀ ਦੇ ਗ੍ਰੈਵਿਟੇਸ਼ਨ ਪੁੱਲ ਤੋਂ ਬੋਡੀ ਬਾਹਰ ਨਿਕਲ ਜੇ। ਤਾਂ ਕਰਦੇ ਹਾਂ ਜੀ, ਇਹਦੇ ਵਿੱਚ ਵੀ ਸੇਮ ਕਰੋ। ਇੱਥੇ ਕੀ ਹੈ ਆਰ, ਇੱਥੇ ਕੀ ਹੈ ਇੱਕ ਪੁਆਇੰਟ ਲੈ ਲਿਆ ਆਪਾਂ ਨੇ, ਠੀਕ ਹੈ ਓਕੇ। ਇਹ ਨਾ ਜਿਵੇਂ ਆਪਣੇ ਗ੍ਰੈਵਿਟੇਸ਼ਨ ਉਹਦੇ ਕੀਤੇ ਸੀਗੇ, ਸੌਰੀ ਉਹਦੇ ਗ੍ਰੈਵਿਟੇਸ਼ਨ ਵਾਲਾ ਆਪਣਾ ਪੋਟੈਂਸ਼ੀਅਲ ਵਾਲਾ, ਉਸ ਤਰ੍ਹਾਂ ਹੀ ਕਰਨਾ ਡਿੱਟੋ ਜਮਾ। ਇੱਕ ਬੋਡੀ ਹੈ ਆਪਣੀ, ਥੋੜ੍ਹਾ ਜਿਹਾ ਆਪਾਂ ਮੰਨ ਲੈਂਦੇ ਹਾਂ, ਠੀਕ ਹੈ, ਥੋੜ੍ਹਾ ਜਿਹਾ ਕੰਮ ਮੂਵ ਕਰਨ ਦੇ ਲਈ ਕਿੰਨਾ ਵਰਕ ਹੋਇਆ, ਅਤੇ ਮੇਰੇ ਲਈ ਆਪਾਂ ਲੈਟ ਕਰ ਲੈਂਦੇ ਹਾਂ ਉਰੇ ਡੀ ਆਰ, ਠੀਕ ਹੈ। ਸੇਮ ਚੀਜ਼ ਹੈ ਬਸ, ਡੀ ਡਬਲਯੂ ਕਿੰਨਾ ਹੋ ਜਾਏਗਾ, ਬੋਡੀ ਦਾ ਮਾਸ ਆਪਾਂ ਨੇ ਐਮ ਲੈ ਲਿਆ, ਧਰਤੀ ਦਾ ਮਾਸ ਆਪਾਂ ਨੂੰ ਪਤਾ ਐਮ ਵੱਡਾ ਐਮ ਹੈਗਾ, ਤਾਂ ਜੀ ਐਮ ਓਵਰ ਆਰ ਸਕੁਏਅਰ ਡੀ ਆਰ। ਬਟ ਇੱਥੇ ਕੀ ਹੈ ਨਾ, ਇਹ ਬੋਡੀ ਕੀ ਹੈ ਆਰ ਡਿਸਟੈਂਸ ਤੋਂ, ਆਪਣੀ ਧਰਤੀ ਦੇ ਆਰ ਡਿਸਟੈਂਸ ਤੋਂ ਇਨਫਿਨਿਟੀ 'ਤੇ ਜਾ ਰਹੀ ਹੈ ਜੀ, ਠੀਕ ਹੈ। ਤਾਂ ਇਹਦੀ ਆਪਣੀ ਲਿਮਿਟਸ ਨੇ ਪੁੱਠੀਆਂ ਕਰ ਦਾਂਗੇ। ਹੁਣ ਕੀ ਹੈ ਜੀ, W ਇਜ਼ ਇਕਲ ਟੂ ਜੀ ਐਮ, ਇਹ ਤਾਂ ਬਾਹਰ ਨਿਕਲ ਗਿਆ, 1 ਓਵਰ ਆਰ ਸਕੁਏਅਰ ਡੀ ਆਰ, ਆਰ ਤੋਂ ਲੈ ਕੇ ਇਨਫਿਨਿਟੀ ਤੱਕ, ਠੀਕ ਹੈ। ਹੁਣ ਚੱਲਦੇ ਹਾਂ, ਜੀ ਐਮ ਆਰ -2 + 1 ਓਵਰ -1 ਅਤੇ ਆਰ ਉੱਤੇ ਇਨਫਿਨਿਟੀ 1 ਆਰ ਸੌਰੀ ਇੱਕ ਮਿੰਟ, ਆਰ ਟੂ ਇਨਫਿਨਿਟੀ, ਅਤੇ ਜੀ ਐਮ ਇੱਥੇ ਰਹਿ ਗਿਆ 1 ਓਵਰ -ਇਨਫਿਨਿਟੀ ਪਲੱਸ 1 ਓਵਰ ਆਰ, ਆ ਕੇ 0 ਹੋ ਗਿਆ ਜੀ। ਤਾਂ ਜੀ ਐਮ ਓਵਰ ਆਰ ਇਜ਼ ਇਕਲ ਟੂ W, ਇਹ ਚੀਜ਼ ਆ ਗਈ ਨਾ। ਹੁਣ ਜਿਹੜੀ ਆਪਣਾ ਐਨਰਜੀ ਵਰਕ ਕੀਤਾ ਆਪਾਂ ਨੇ, ਉਹ ਐਨਰਜੀ ਦੀ ਫੋਰਮ ਦੇ ਵਿੱਚ ਹੋਏਗਾ, ਉਹੀ ਉਹਨੂੰ ਕਿਨੈਟਿਕ ਐਨਰਜੀ ਪ੍ਰੋਵਾਈਡ ਕਰੇਗਾ। ਤਾਂ ਵਰਕ ਨੂੰ ਐਜ਼ ਆ ਆਪਾਂ ਹਾਫ ਐਮ ਬੀ ਸਕੁਏਅਰ ਵੀ ਲੈ ਸਕਦੇ ਹਾਂ, ਬੀ ਨੂੰ ਆਪਾਂ ਕੀ ਵੈਲੋਸਿਟੀ ਆਫ ਐਸਕੇਪ ਵੈਲੋਸਿਟੀ ਲੈ ਕੇ ਚੱਲਦੇ ਹਾਂ, ਹਾਫ ਐਮ ਬੀ ਈ ਸਕੁਏਅਰ ਇਜ਼ ਇਕਲ ਟੂ, ਇਸ ਦੇ ਇੱਕੋ ਰੱਖ ਦਿਓ ਜੀ ਐਮ ਓਵਰ ਆਰ, ਠੀਕ ਹੈ। ਉਸ ਤੋਂ ਬਾਅਦ ਜੀ, ਇਸ ਤੋਂ ਬਾਅਦ ਦੇਖੋ ਐਮ ਨਾਲ ਐਮ ਕੱਟ ਗਿਆ, ਅਤੇ ਵੀ ਈ ਦੀ ਵੈਲਿਊ ਕਿੰਨੀ ਆ ਗਈ ਉਰੇ, ਅੰਡਰ √ ਜੀ ਐਮ ਓਵਰ ਆਰ ਨਾਲ ਉਰੇ 2 ਮਲਟੀਪਲ ਹੋਏਗਾ, ਠੀਕ ਹੈ। 2 ਜੀ ਐਮ ਓਵਰ ਆਰ, ਜੀ ਦੀ ਵੈਲਿਊ ਆਪਾਂ ਨੂੰ ਪਤਾ ਹੈ ਜੀ ਐਮ ਓਵਰ ਆਰ ਹੁੰਦੀ ਹੈ, ਤਾਂ ਇੱਥੇ ਪੁੱਟ ਕਰ ਦਿਓ ਜੀ ਐਮ ਦੀ ਵੈਲਿਊ, ਤਾਂ ਇੱਥੇ ਆ ਜਾਏਗਾ 2 ਆਰ ਸਕੁਏਅਰ, ਤਾਂ ਆ ਜਾਏਗਾ ਜੀ ਆਰ ਸਕੁਏਅਰ ਓਵਰ ਆਰ ਅੰਡਰ √ ਦੇ ਵਿੱਚ, ਠੀਕ ਹੈ। ਵੀ ਈ ਇਜ਼ ਇਕਲ ਟੂ 2 ਜੀ ਆਰ ਦਾ ਅੰਡਰ √ ਜੀ ਦੀ ਵੈਲਿਊ ਪਤਾ 9.8 ਹੋ ਗਈ, ਅਤੇ ਆਰ ਦੀ ਵੈਲਿਊ ਆਪਾਂ ਨੂੰ ਪਤਾ 6400 ਕਿਲੋਮੀਟਰ ਹੋ ਗਈ। ਤਾਂ ਇੱਥੋਂ ਆਪਾਂ ਨੂੰ ਕੈਲਕੂਲੇਟ ਕਰਕੇ ਪਤਾ ਚੱਲ ਜਾਏਗਾ ਵੀ ਈ ਦੀ ਵੈਲਿਊ ਕਿੰਨੀ ਆ ਜਾਏਗੀ 11.2 ਕਿਲੋਮੀਟਰ ਪਰ ਸੈਕਿੰਡ। ਇਹ ਕੀ ਹੈ ਜੀ ਆਪਣੀ ਐਸਕੇਪ ਵੈਲੋਸਿਟੀ, ਜਮਾਂ ਸਿੰਪਲ ਚੀਜ਼ਾਂ ਨੇ ਜੀ, ਠੀਕ ਹੈ। ਸੋ ਇੱਥੇ ਨਾ ਇਹ ਆਪਣਾ ਚੈਪਟਰ ਕੰਪਲੀਟ ਹੈ ਮੇਰੇ ਲਈ, ਤਾਂ ਸਾਰੀ ਗੱਲਾਂ ਆਪਾਂ ਕਰ ਚੁੱਕੇ ਹਾਂਗੇ, ਆਪਣਾ ਔਰਬਿਟਲ ਸਪੀਡ ਹੋ ਚੁੱਕੀ ਹੈ, ਐਸਕੇਪ ਵੈਲੋਸਿਟੀ ਕਰ ਚੁੱਕੇ ਹਾਂਗੇ। ਬਸ ਆਹੀ ਚੀਜ਼ਾਂ ਧਿਆਨ 'ਚ ਰੱਖਣੀਆਂ ਥੋੜ੍ਹੀਆਂ ਜਿਹੀਆਂ ਵੀ ਤੁਹਾਨੂੰ ਵੀ ਕੀ ਇੱਥੇ ਕੀ ਕਰਨਾ ਹੈ। ਜਿਵੇਂ ਪਹਿਲਾਂ ਕੀ ਇਹਦਾ ਸੋਨੇ ਇੰਟੀਗ੍ਰੇਸ਼ਨ ਕੀਤਾ, ਮੇਨਲੀ ਇੰਟੀਗ੍ਰੇਸ਼ਨ ਕਰਕੇ ਵਰਕ ਕੱਢ ਲਿਆ, ਵਰਕ ਨੂੰ ਆਪਣੇ ਕਿਨੈਟਿਕ ਐਨਰਜੀ ਦੇ ਇੱਕੋ ਰੱਖਤਾ, ਉੱਥੇ ਵੀ ਈ ਦੀ ਵੈਲਿਊ ਕੱਢ ਲਈ, ਅਤੇ ਉਸ ਤੋਂ ਬਾਅਦ ਜੀ ਅਤੇ ਆਰ ਦੀ ਵੈਲਿਊ ਪੁੱਟ ਕਰਤੀ। ਇੱਥੇ ਆਪਣਾ ਕੀ ਆਨਸਰ ਆ ਜਾਏਗਾ 11.2 ਕਿਲੋਮੀਟਰ ਪਰ ਸੈਕਿੰਡ। ਅੱਗੇ ਜੀ ਆ ਦੇਖੋ ਮਾੜਾ ਜਿਹਾ ਮੈंने ਇੱਕ ਨਾ ਚੀਜ਼ ਬਣਾਈ ਹੋਈ ਹੈ ਵੀ ਅਰਥ ਹੈ, ਅਰਥ ਦੇ ਆਲੇ ਦੁਆਲੇ ਮੂਵ ਕਰ ਰਿਹਾ ਹੈ, ਮੂਨ ਇਸ ਤਰ੍ਹਾਂ ਮੂਵ ਕਰ ਰਿਹਾ ਹੈ, ਇੱਕ ਟਾਈਮ 'ਤੇ ਨਜ਼ਦੀਕ ਹੋਏਗਾ, ਇੱਕ ਟਾਈਮ 'ਤੇ ਦੂਰ ਹੋਏਗਾ। ਇਸੇ ਤਰ੍ਹਾਂ ਸਨ ਹੈ, ਸਨ ਵੀ ਇਸ ਤਰ੍ਹਾਂ ਜਾਂਦਾ ਹੈ, ਅਤੇ ਉਸ ਦੇ ਆਲੇ ਦੁਆਲੇ ਪਲੈਨਟ ਘੁੰਮੀ ਜਾਂਦੇ ਨੇ। ਸਨ ਵੀ ਆਪਣਾ ਮਿਲਕੀ ਵੇ ਗਲੈਕਸੀ ਦੇ ਅਰਾਊਂਡ ਮੂਵ ਕਰਦਾ। ਹੁਣ ਦੇਖੋ ਕੁਛ ਆਪਾਂ ਪੁਆਇੰਟ ਦੁਬਾਰਾ ਰਿਵਾਈਜ਼ ਕਰ ਲੈਂਦੇ ਹਾਂ। ਐਸਕੇਪ ਵੈਲੋਸਿਟੀ ਜਿਹੜੀ ਮਿਨੀਮਮ ਵੈਲੋਸਿਟੀ ਚਾਹੀਦੀ ਹੈ ਕਿਸੇ ਵੀ ਆਬਜੈਕਟ ਨੂੰ ਆਪਣੇ ਅਰਥ ਦੇ ਗ੍ਰੈਵੀਟੇਸ਼ਨ ਪੁੱਲ ਤੋਂ ਬਾਹਰ ਨਿਕਲਣ ਵਾਸਤੇ, ਵੀ ਵਾਪਸ ਨਾ ਆਵੇ। ਦੈਨ ਐਸਕੇਪ ਵੈਲੋਸਿਟੀ ਕਿੰਨੀ ਹੁੰਦੀ 11.2 ਕਿਲੋਮੀਟਰ ਅਰਥ ਦੀ ਹੁੰਦੀ ਹੈ, ਅਤੇ ਮੂਨ ਦੀ ਦੇਖਿਆ ਜਾਵੇ ਤਾਂ 2.4 ਕਿਲੋਮੀਟਰ ਪਰ ਸੈਕਿੰਡ ਹੁੰਦੀ ਹੈ।
ਜਿਹੜੀ ਇਸ ਘੱਟ ਵੈਲੋਸਿਟੀ ਦੇ ਕਾਰਨ ਹੀ ਜਿਹੜਾ ਉੱਥੇ ਐਟਮੋਸਫੇਅਰ ਲਾਈਨ ਨਹੀਂ ਕਰਦਾ, ਜਿਹੜੇ ਐਟਮੋਸਫੇਅਰ ਦੇ ਵਿੱਚ ਆਪਣੇ ਐਟਮਸ ਹੁੰਦੇ ਨੇਗੇ, ਮੋਲੀਕਿਊਲਸ ਹੁੰਦੇ ਨੇ, ਉਹਨਾਂ ਦੀ ਸਪੀਡ escape ਵੈਲੋਸਿਟੀ ਤੋਂ ਵੱਧ ਹੁੰਦੀ ਹੈ, ਤਾਂ ਉਹ ਪਹਿਲਾਂ ਹੀ ਮੂਨ ਦੇ ਉਸ ਨੂੰ ਗ੍ਰੈਵੀਟੇਸ਼ਨ ਪੁੱਲ ਨੂੰ escape ਕਰਕੇ ਬਾਹਰ ਨਿਕਲ ਜਾਂਦੇ ਨੇ, ਤਾਂ ਉੱਥੇ ਐਟਮੋਸਫੇਅਰ ਫੋਰਮ ਨਹੀਂ ਹੋ ਪਾਉਂਦਾ। ਅਤੇ ਕਹਿੰਦੇ ਜੀ ਦੀ ਵੈਲਿਊ ਡਿਕਰੀਜ਼ ਕਰ ਦਿੰਦੀ ਹੈ ਵਿਦ ਹਾਈਟ ਅਤੇ ਆਪਣੀ ਡੈਪਥ ਦੇ ਅੰਦਰ, ਉੱਪਰ ਨੂੰ ਜਾਈਏ ਜਾਂ ਨੀਚੇ ਨੂੰ ਜਾਈਏ, ਤਾਂ ਕਿ ਜੀ ਦੀ ਵੈਲਿਊ ਘਟੇਗੀ। ਇਹ ਨਾ ਚੀਜ਼ਾਂ ਆਪਾਂ ਨੂੰ ਡੈਰੀਵੇਸ਼ਨ ਵੀ ਸਿੱਧੀ ਮੈਂ ਕਰਾ ਚੁੱਕਿਆ। ਅਤੇ ਕਹਿੰਦੇ ਜੀ ਦੀ ਵੈਲਿਊ ਪੋਲਸ 'ਤੇ ਦੇਖੋ, ਆਪਣੀ ਧਰਤੀ ਕੀ ਨੇ ਪਰਟੀਕੂਲਰ ਦੇਖਿਆ ਜਾਵੇ ਤਾਂ ਇਸ ਤਰ੍ਹਾਂ ਦੀ ਹੈ, ਉੱਪਰੋਂ ਚੌਪਟੀ ਜੀ ਹੈ, ਇੱਧਰੋਂ ਮਾੜੀ ਜੀ ਜ਼ਿਆਦਾ ਹੈ, ਤਾਂ ਮੀਨਸ ਕਿ ਇੱਥੇ ਕੀ ਹੈ, ਜਿਹੜੀ ਆਰ ਦੀ ਵੈਲਿਊ, ਰੇਡੀਅਸ ਦੀ ਵੈਲਿਊ ਘੱਟ ਜਾਏਗੀ, ਇੱਥੇ ਆਰ ਦੀ ਵੈਲਿਊ ਕੀ ਜ਼ਿਆਦਾ ਹੋਏਗੀ। ਜੇ ਆਰ ਦੀ ਵੈਲਿਊ ਜ਼ਿਆਦਾ ਹੋਏਗੀ, ਜਿੱਥੇ ਆਰ ਦੀ ਵੈਲਿਊ ਜ਼ਿਆਦਾ ਹੋਏਗੀ ਉੱਥੇ ਜੀ ਦੀ ਵੈਲਿਊ, ਜੀ ਦਾ ਫਾਰਮੂਲਾ ਪਤਾ G/r² ਹੁੰਦਾ। ਜੇ ਆਰ ਦੀ ਵੈਲਿਊ ਵੱਧ ਜਾਏਗੀ ਤਾਂ ਜੀ ਦੀ ਵੈਲਿਊ ਘੱਟ ਜਾਏਗੀ, ਜੀ ਦੀ ਵੈਲਿਊ ਵੱਧ ਜਾਏਗੀ ਤਾਂ ਆਰ ਦੀ ਵੈਲਿਊ ਘੱਟ ਜਾਏਗੀ। ਜਿੱਥੇ ਆਰ ਦੀ ਵੈਲਿਊ ਘੱਟ ਹੈ ਉੱਥੇ ਕੀ ਮੀਨਸ ਕਿ ਪੋਲ ਦੇ ਉੱਤੇ ਆਪਣੀ ਜੀ ਦੀ ਵੈਲਿਊ ਮੈਕਸਿਮਮ ਹੋਏਗੀ, ਅਤੇ ਜਿਹੜੀ ਆਪਣਾ ਇਕੁਏਟਰਸ ਨੇਗੇ ਉੱਥੇ ਆਰ ਦੀ ਵੈਲਿਊ ਜ਼ਿਆਦਾ ਹੁੰਦੀ ਹੈ, ਦੈਟਸ ਵਾਈ ਆਪਣੀ ਜੀ ਦੀ ਵੈਲਿਊ ਮਿਨੀਮਮ ਹੁੰਦੀ ਹੈ। ਕਹਿੰਦੇ ਜੀ ਰੋਟੇਸ਼ਨ ਆਫ ਦੀ ਅਰਥ ਦੇ ਨਾਲ ਵੀ ਆਪਣੀ ਜੀ ਦੀ ਵੈਲਿਊ ਘੱਟ ਜਾਂਦੀ ਹੈਗੀ। ਇੱਥੇ ਮੇਨਲੀ ਨਾ GR ω² cos² ਲੈਮਡਾ ਇਹ ਆਪਣਾ ਕੰਡੀਸ਼ਨ ਫੋਲੋ ਕਰਦੀ ਹੈ, ਬਸ ਧਿਆਨ 'ਚ ਰੱਖਣ ਦੀ ਲੋੜ ਨਹੀਂ ਹੈਗੀ, ਇਹ ਆਪਾਂ ਨੂੰ ਹੈ ਨਹੀਂ ਗੱਲ ਦੇ ਵਿੱਚ। ਦੈਨ ਕਹਿੰਦੇ ਜੀ ਡਿਕਰੀਜ਼ ਇਫ ਦੀ ਐਂਗੂਲਰ ਸਪੀਡ ਆਫ ਦੀ ਅਰਥ ਇਨਕਰੀਜ਼, ਐਂਗੂਲਰ ਸਪੀਡ ਅਰਥ ਦੀ ਆਪਣੀ ਇਨਕਰੀਜ਼ ਕਰ ਜੇ ਤਾਂ ਵੀ ਜੀ ਦੀ ਵੈਲਿਊ ਘੱਟ ਜਾਏਗੀ। ਅਤੇ ਇਨਕਰੀਜ਼ ਕਰ ਜੇ ਡਿਕਰੀਜ਼ ਕਰ ਜੇ ਅਰਥ ਦੀ ਸਪੀਡ, ਐਂਗੂਲਰ ਸਪੀਡ, ਤਾਂ ਕਿ ਜੀ ਦੀ ਵੈਲਿਊ ਵੱਧ ਜਾਏਗੀ। ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਆਫ ਦੀ ਮੂਨ, ਜਿਵੇਂ ਧਰਤੀ ਦੀ ਆਪਣੀ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਕਿੰਨੀ ਹੁੰਦੀ 9.8 km/s², ਬਟ ਜਿਹੜੀ ਮੂਨ ਦੀ ਆ ਉਹ 1/6 ਹੁੰਦੀ ਹੈ ਅਰਥ ਦੀ ਦੇ। ਉਸ ਤੋਂ ਬਾਅਦ ਜੀ ਵੇਟ ਆਫ ਦੀ ਪਰਸਨ, ਕਹਿੰਦੇ ਔਨ ਦੀ ਸਰਫੇਸ ਆਫ ਮੂਨ, ਉਹ ਵੀ ਕੀ ਹੈ 1/6 ਤੋਂ ਹੋਊਗਾ ਜਿਹੜਾ ਐਕਚੁਅਲ ਵੇਟ ਆ ਉਹਦਾ ਅਰਥ ਦੇ ਉੱਤੇ। ਜੇ ਅਰਥ ਦੇ ਉੱਤੇ 60 kg ਹੈ ਤਾਂ ਉੱਥੇ ਇਕੱਲਾ 10 kg ਹੀ ਰਹਿ ਜੂਗਾ। ਕਹਿੰਦੇ ਨਹੀਂ ਹੁੰਦੇ ਜਿਵੇਂ ਵੀ ਤੁਸੀਂ ਅਗਰ ਮੋਟੇ ਹੋ ਤਾਂ ਜੀ ਤੁਹਾਡਾ ਕਸੂਰ ਨਹੀਂ, ਇਹ ਆਪਾਂ ਰਹਿ ਗਲਤ ਗ੍ਰਹਿ 'ਤੇ ਰਹੇ ਹਾਂ। ਅਗਰ ਤੁਸੀਂ ਮੂਨ 'ਤੇ ਰਹਿੰਦੇ ਹੁੰਦੇ ਤਾਂ ਤੁਸੀਂ ਬਹੁਤ ਹਲਕੇ ਹੁੰਦੇ। ਅੱਗੇ ਦੇਖੋ ਸੈਟਲਾਈਟਸ ਨੇ ਜੀ, ਕਹਿੰਦਾ ਨੈਚੁਰਲ ਸੈਟਲਾਈਟ ਹੁੰਦੀ ਹੈ, ਇੱਕ ਆਰਟੀਫਿਸ਼ੀਅਲ ਸੈਟਲਾਈਟ ਹੁੰਦੀ ਹੈ। ਨੈਚੁਰਲ ਮੇਨਲੀ ਜਿਵੇਂ ਮੂਨ ਧਰਤੀ ਦੇ ਆਲੇ ਦੁਆਲੇ ਘੁੰਮ ਰਿਹਾ, ਆਰਟੀਫਿਸ਼ੀਅਲ ਜਿਹੜੀ ਕਿ ਹਿਊਮਨ ਲਾਂਚ ਕਰਦੇ ਨੇਗੇ। ਇਹਦੇ ਮੂਨ ਕੀ ਇੱਕ ਨੈਚੁਰਲ ਸੈਟਲਾਈਟ ਹੈ, ਅਤੇ ਇਨਸੈਟ B ਵਗੈਰਾ ਬਹੁਤ ਸਾਰੀਆਂ ਰੂਹਾਨੀ, ਆਰਿਆਭੱਟਾ, ਇਹ ਜਿਹੜੀਆਂ ਬਹੁਤ ਸਾਰੇ ਸੈਟਲਾਈਟ ਨੇਗੀਆਂ ਉਹ ਕੀ ਨੇ ਇੱਕ ਆਰਟੀਫਿਸ਼ੀਅਲ ਸੈਟਲਾਈਟ ਨੇ ਜਿਹੜੇ ਹਿਊਮਨ ਦੁਆਰਾ ਲਾਂਚ ਕੀਤੀਆਂ ਗਈਆਂ ਨੇਗੀਆਂ। ਇੱਥੇ ਕੀ ਇੱਕ ਜੀਓ ਸਟੇਸ਼ਨਰੀ ਹੁੰਦੀਆਂ ਨੇ, ਇੱਕ ਸੋਲਰ ਸੈਟਲਾਈਟ ਹੁੰਦੀਆਂ ਨੇ, ਪੋਲਰ ਕੀ ਹੈ, ਇਹ ਧਰਤੀ ਦੇ ਨਜ਼ਦੀਕ ਹੁੰਦੀਆਂ ਨੇਗੀਆਂ, ਧਰਤੀ ਦੇ ਪੋਲਸ ਦੇ ਮੇਨਲੀ ਪੋਲਸ ਨੇਗੇ ਉਹਨਾਂ ਦੇ ਆਲੇ ਦੁਆਲੇ ਘੁੰਮਦੀਆਂ ਨੇਗੀਆਂ। 84 ਮਿੰਟ ਦੇ ਅਪਰੋਕਸ 84 ਮਿੰਟ ਦੇ ਅਪਰੋਕਸ ਇਹਨਾਂ ਦਾ ਟਾਈਮ ਪੀਰੀਅਡ ਹੁੰਦਾ ਹੈ ਚੱਕਰ ਪੂਰਾ ਕਰਨ ਦਾ। ਓਕੇ, ਅਤੇ ਜੀ ਇਹ ਵੈਦਰ ਫੋਰਕਾਸਟਿੰਗ ਵਗੈਰਾ ਮੈਪਿੰਗ ਵਾਸਤੇ ਕੰਮ 'ਚ ਲੈਂਦੇ ਆਪਾਂ। ਜਿਹੜੀ ਜੀਓ ਸਟੇਸ਼ਨਰੀ ਨੇ ਥੋੜ੍ਹੀ ਜਿਹੀ ਦੂਰ ਹੁੰਦੀਆਂ ਨੇ, 36,000 ਕਿਲੋਮੀਟਰ ਦੇ ਅਪਰੋਕਸ ਦੂਰ ਹੁੰਦੀਆਂ ਨੇ। ਜਿਹੜੇ ਔਰਬਿਟ 'ਚ ਇਹਨਾਂ ਨੂੰ ਆਪਾਂ ਲਾਂਚ ਕਰਦੇ ਹਾਂ, ਪਾਰਕ ਕਰਦੇ ਹਾਂ, ਉਹਨੂੰ ਆਪਾਂ ਪਾਰਕਿੰਗ ਔਰਬਿਟ ਕਹਿੰਦੇ ਹਾਂ। ਇਹ ਧਰਤੀ ਦੇ ਨਾਲ ਨਾਲ ਘੁੰਮਦੀਆਂ ਨੇ ਵੈਸਟ ਟੂ ਈਸਟ, ਅਤੇ 24 ਆਰ ਦੇ ਵਿੱਚ ਇਹ ਕੰਪਲੀਟ ਕਰਦੀਆਂ ਨੇ। TV ਪ੍ਰੋਗਰਾਮਿੰਗ ਵਗੈਰਾ, ਵੈਦਰ ਫੋਰਕਾਸਟਿੰਗ ਵਗੈਰਾ ਵਾਸਤੇ ਆਪਾਂ ਇਹਨੂੰ ਯੂਜ਼ 'ਚ ਲੈਂਦੇ ਆਂਗੇ, ਫਲੱਡ ਫੋਰਕਾਸਟਿੰਗ ਦੀ ਲਈ। ਉਵੇਂ ਕਹਿੰਦੇ ਅਰਥ ਮੇਨਲੀ ਰੋਟੇਟ ਕਰਦੀ ਹੈ ਵੈਸਟ ਟੂ ਈਸਟ। ਇਹ ਧਿਆਨ 'ਚ ਰੱਖਣਾ ਆਪਾਂ ਨੇ, ਧਰਤੀ ਵੈਸਟ ਟੂ ਈਸਟ ਮੂਵ ਕਰਦੀ ਹੈ। ਮੰਨ ਲਓ ਉਰੇ ਧਰਤੀ ਖੜੀ ਹੈ, ਧਰਤੀ ਆ ਉਰੇ, ਧਰਤੀ ਇਸ ਤਰ੍ਹਾਂ ਇੱਧਰ ਨੂੰ ਮੂਵ ਕਰ ਰਹੀ ਹੈ, ਤਾਂ ਆਪਾਂ ਨੂੰ ਐਂ ਲੱਗਦਾ ਜਿਵੇਂ ਸੂਰਜ ਆਪਣਾ ਇਸ ਤਰ੍ਹਾਂ ਮੂਵ ਕਰ ਰਿਹਾ ਈਸਟ ਟੂ ਵੈਸਟ। ਸਾਰਿਆਂ ਨੂੰ ਪਹਿਲਾਂ ਸਾਨੂੰ ਸੂਰਜ ਕਿੱਥੇ ਦਿਖਾਈ ਦਿੰਦਾ, ਈਸਟ ਦੇ ਵਿੱਚ ਜਾਪਾਨ 'ਚ, ਅਗਰ ਇੰਡੀਆ 'ਚ ਦੇਖਿਆ ਜਾਵੇ ਤਾਂ ਅਰੁਣਾਚਲ ਪ੍ਰਦੇਸ਼ 'ਚ ਈਸਟ ਦੇ ਵਿੱਚ ਹੈ ਨਾ। ਬਟ ਜੋ ਆਪਾਂ ਨੂੰ ਬਾਅਦ ਲੱਗਦਾ ਵੀ ਈਸਟ ਤੋਂ ਵੈਸਟ ਸੂਰਜ ਆ ਰਿਹਾ, ਬਟ ਕੀ ਆਪਣੀ ਧਰਤੀ ਮੂਵ ਕਰ ਰਹੀ ਹੈ ਜੀ ਵੈਸਟ ਟੂ ਈਸਟ, ਦੈਟਸ ਵਾਈ ਆਪਾਂ ਨੂੰ ਲੱਗਦਾ ਵੀ ਈਸਟ ਟੂ ਵੈਸਟ ਸੂਰਜ ਆ ਰਿਹਾ। ਧਿਆਨ 'ਚ ਰੱਖਣਾ ਵੀ ਆਪਣੀ ਧਰਤੀ ਹੈ ਵੈਸਟ ਟੂ ਈਸਟ ਮੂਵ ਕਰਦੀ ਹੈ, ਆਹੀ ਗੱਲ ਧਿਆਨ 'ਚ ਰੱਖਣੀ ਹੈ। ਅੱਗੇ ਦੇਖੋ, ਇਹ ਤਾਂ ਲਾਸਟ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ, ਪਤਾ ਹੀ ਹੈ ਵੀ ਸੋਲਰ ਸਿਸਟਮ ਦੇ ਵਿੱਚ ਸਨ ਦੇ ਨਾਲ ਨਾਲ 8 ਪਲੈਨਟ ਆਪਣੇ ਆਸ-ਪਾਸ ਹੈਗੇ ਨੇਗੇ, ਜਿਹਨੂੰ ਆਪਾਂ ਮੰਨ ਰਹੇ ਪਲੈਨਟ, ਹੋਰ ਵੀ ਹੋਣਗੇ ਹਜੇ ਤੱਕ ਨਹੀਂ ਪਤਾ ਚੱਲਿਆ। ਅਤੇ ਬਹੁਤ ਸਾਰੀਆਂ ਲੱਖਾਂ ਹੀ ਸੈਟਲਾਈਟਸ ਆਪਾਂ ਨੂੰ ਇੱਥੇ ਦੇਖਣ ਨੂੰ ਮਿਲਦੀਆਂ ਨੇਗੀਆਂ। ਇਹਦੇ ਨਾਲ ਨਾਲ ਇੱਥੇ ਬਹੁਤ ਸਾਰੀ ਹੈਵੀ ਸਮੋਲ ਬੋਡੀਜ਼ ਵੀ ਨੇ, ਐਸਟਰੋਨੌਟਸ, ਕੋਮੈਟ, ਮੇਟਰੋਜ਼ ਦੇ ਦੇਖਣ ਨੂੰ ਮਿਲਦੇ ਨੇ। ਬਹੁਤ ਸਾਰੇ ਨੈਚੁਰਲ ਸੈਟਲਾਈਟਸ ਵੀ ਦੇਖਣ ਨੂੰ ਮਿਲਦੇ ਨੇ ਅਲੱਗ-ਅਲੱਗ ਪਲੈਨਟ ਦੀਆਂ। 8 ਪਲੈਨਟਸ ਰਿਵੋਲਵ ਅਰਾਊਂਡ ਦੀ ਇਲੈਪਟੀਕਲ ਔਰਬਿਟ ਦੇ ਵਿੱਚ ਇਹ ਮੂਵ ਕਰ ਰਹੇ ਨੇਗੇ, ਜਿਵੇਂ ਕਿ ਮਰਕਰੀ, ਵੀਨਸ, ਅਰਥ, ਮਾਰਸ, ਜੁਪੀਟਰ, ਸੈਚੂਨ, ਯੂਰੇਨਸ ਐਂਡ ਨੈਪਚੂਨ। ਇਹ ਕੀ ਹੈ ਜੀ ਡਿਸਟੈਂਸ ਦੇ ਅਕੋਰਡਿੰਗ ਹੈ। ਸਾਨੂੰ ਪਹਿਲਾਂ ਮਰਕਰੀ ਆਉਂਦਾ, ਫਿਰ ਵੀਨਸ ਆਉਂਦਾ, ਅਰਥ ਆਉਂਦੀ ਹੈ, ਫਿਰ ਮਾਰਸ, ਜੁਪੀਟਰ, ਸੈਚੂਨ, ਯੂਰੇਨਸ ਅਤੇ ਲਾਸਟ ਦੇ ਵਿੱਚ ਨੈਪਚੂਨ। ਸਾਈਜ਼ ਦੇ ਅਕੋਰਡਿੰਗ ਜੁਪੀਟਰ ਸਭ ਤੋਂ ਵੱਡਾ ਹੈ ਜੀ, ਜੁਪੀਟਰ ਇਹ ਵਾਲਾ ਸਭ ਤੋਂ ਵੱਡਾ ਆ ਗਿਆ। ਸੈਚੂਨ ਦੁਗਤੇ, ਯੂਰੇਨਸ ਤਿਗਤੇ, ਨੈਪਚੂਨ ਚੌਗਤੇ, ਅਤੇ 5ਵੇਂ ਨੰਬਰ 'ਤੇ ਆਪਣੀ ਅਰਥ ਆਉਂਦੀ ਹੈ। ਅਤੇ ਸਭ ਤੋਂ ਛੋਟਾ ਕਿਹੜਾ ਜੀ ਮਰਕਰੀ। ਪਹਿਲਾਂ ਜਿਹੜਾ ਇੱਕ ਸੀ ਆਪਣਾ ਕੀ ਨਾਮ ਸੀ ਉਹਦਾ, ਉਹ ਪੀ 'ਤੇ ਪੈਂਦਾ ਉਹਦਾ ਨਾਮ ਜੀ,
ਇੱਕ ਆਪਣਾ ਹੋਰ ਹੁੰਦਾ ਸੀਗਾ ਪਲੈਨਟ ਪਲੂਟੋ, ਉਹਨੂੰ ਬਾਅਦ ਦੇ ਵਿੱਚ ਡਿਵਾਰਫ ਪਲੈਨਟ ਦੇ ਵਿੱਚ ਡਾਲ ਪਾਤਾ ਜੀ। ਉਹਦਾ ਕੋਈ ਸਿਸਟਮ ਨਹੀਂ ਹੈਗਾ ਸੀਗਾ, ਕਦੇ ਕਲੋਕਵਾਈਜ਼ ਕਦੇ ਐਂਟੀ ਕਲੋਕਵਾਈਜ਼, ਕੋਈ ਸਿਸਟਮ ਜਿਹਾ ਨਹੀਂ ਕਰ ਰਿਹਾ ਸੀ ਉਹ, ਤਾਂ ਕਰਕੇ ਉਹਨੂੰ ਆਪਾਂ ਡਿਵਾਰਫ ਪਲੈਨਟ ਦੇ ਵਿੱਚ ਪਾ ਚੁੱਕੇ ਹਾਂ। ਕਹਿੰਦੇ ਜੀ ਕੁਛ ਆਪਣੇ ਕੋਲ ਟੈਰਿਸਟਰੀਅਲ ਜਾਂ ਰੋਕੀ ਪਲੈਨਟ ਨੇਗੇ, ਕੁਛ ਆਪਣੇ ਕੋਲ ਜੋਵੀਅਨ ਜਾਂ ਗੈਸਿਸ ਪਲੈਨਟ ਨੇਗੇ, ਉਹਨਾਂ ਨੂੰ ਆਪਾਂ ਆਊਟਰ ਪਲੈਨਟ ਕਹਿੰਦੇ ਹੈਗੇ। ਜਿਹੜੇ ਰੋਕੀ ਪਲੈਨਟ ਨੇ ਉਹਨਾਂ ਨੂੰ ਆਪਾਂ ਇਨਰ ਪਲੈਨਟ ਕਹਿੰਦੇ ਹਾਂ, ਜਿਵੇਂ ਕਿ ਮਰਕਰੀ ਹੋ ਗਿਆ, ਵੀਨਸ, ਅਰਥ ਅਤੇ ਮਾਰਸ। ਠੀਕ ਹੈ, ਇਹ ਨੀਅਰ ਵੀ ਨੇ ਅਰਥ 'ਤੇ, ਅਤੇ ਜਿਹੜੇ ਦੂਰ ਵਾਲੇ ਨੇ ਉਹ ਗੈਸੀਅਸ ਨੇ, ਜੂਪੀਟਰ, ਸੈਚੂਨ, ਯੂਰੇਨਸ ਅਤੇ ਨੈਪਚੂਨ। ਕਿਉਂ ਇਹ ਧਰਤੀ ਤੋਂ ਵੀ, ਇਹ ਆਪਣੇ ਸੂਰਜ ਤੋਂ ਵੀ ਦੂਰ ਹੁੰਦੇ ਨੇਗੇ, ਅਤੇ ਇਹਨਾਂ ਦਾ ਟਾਈਮ ਪੀਰੀਅਡ ਵੀ ਬਹੁਤ ਜ਼ਿਆਦਾ ਹੁੰਦਾ। ਠੀਕ ਹੈ, ਇਹਨਾਂ ਜਿਹੜੇ ਨੇੜੇ ਹੋਣਗੇ ਉਹਨਾਂ ਦੀ ਸਪੀਡ ਜ਼ਿਆਦਾ ਹੋਊਗੀ ਤਾਂ ਜਲਦੀ ਚੱਕਰ ਪੂਰਾ ਕਰਨਗੇ, ਜਿਹੜੇ ਦੂਰ ਨੇਗੇ ਜੀ ਟਾਈਮ ਪੀਰੀਅਡ ਵੱਧ ਹੋਊਗਾ ਤਾਂ ਚੱਕਰ ਲੇਟ ਪੂਰਾ ਕਰਨਗੇ। ਸੋ ਇਹ ਮੂਨ ਹੈਗਾ, ਇਹਨੂੰ ਫੋਸਿਲ ਪਲੈਨਟ ਵੀ ਕਹਿੰਦੇ ਆ ਜਾਂ ਨੈਚੁਰਲ ਸੈਟਲਾਈਟ ਆਫ ਮੂਨ ਵੀ ਕਹਿੰਦੇ ਆ। ਇਹ ਕੁਛ ਗੱਲਾਂ ਧਿਆਨ 'ਚ ਰੱਖਣ ਵਾਲੀ ਲੋੜ ਨਹੀਂ ਹੈਗੀ, ਬਸ ਇੱਕ ਧਿਆਨ 'ਚ ਰੱਖਣੀ ਹੈ, ਜੇ ਧਰਤੀ ਤੋਂ ਜਿਹੜਾ ਘੱਟ ਤੋਂ ਘੱਟ ਡਿਸਟੈਂਸ ਹੁੰਦਾ ਉਹਨੂੰ ਆਪਾਂ ਪੈਰੀਗੀ ਕਹਿੰਦੇ ਆ ਮੂਨ ਦਾ, ਅਤੇ ਧਰਤੀ ਤੋਂ ਸਾਰਿਆਂ ਨਾਲੋਂ ਵੱਧ ਡਿਸਟੈਂਸ ਮੰਨ ਲਓ ਧਰਤੀ ਹੈ, ਸਾਰਿਆਂ ਨਾਲੋਂ ਨਜ਼ਦੀਕਲੀ ਜਦੋਂ ਆਉਂਦਾ ਉਹਨੂੰ ਆਪਾਂ ਕਹਿੰਦੇ ਹਾਂ ਜੀ ਪੈਰੀਜੀ, ਅਤੇ ਦੂਰ ਹੁੰਦਾ ਉਹਨੂੰ ਕਹਿੰਦੇ ਆਪਾਂ ਅਪੋਜੀ। ਅਤੇ ਇਹਦਾ ਸਾਰਿਆਂ ਨਾਲੋਂ ਵੱਧ ਡਿਸਟੈਂਸ ਹੁੰਦਾ ਅਪੋਜੀ ਦਾ, ਅਤੇ ਪੈਰੀਗੀ ਸਾਨੂੰ ਘੱਟ ਡਿਸਟੈਂਸ ਹੁੰਦਾ। ਨਾਮ ਧਿਆਨ 'ਚ ਰੱਖਿਓ ਬਸ, ਅਪੋਜੀ ਅਤੇ ਪੈਰੀਗੀ। ਧਰਤੀ ਦਾ ਜੇ ਮੰਨ ਲਓ ਮੂਨ ਦਾ ਮਾਸ 1 ਹੈ ਅਤੇ ਧਰਤੀ ਦਾ ਮਾਸ 8.1 ਹੈ। ਗ੍ਰੈਵਿਟੀ ਇੱਥੇ 1 ਹੈ ਅਤੇ ਇੱਥੇ ਧਰਤੀ 'ਤੇ ਆਪਣੀ 6 ਹੈ। ਸਾਈਜ਼ ਆਪਣਾ ਜੇ ਮੂਨ ਦਾ 1 ਹੈ ਤਾਂ ਧਰਤੀ ਦਾ ਸਾਈਜ਼ 4 ਹੈ। ਲੋ ਜੀ, ਅੱਜ ਵਾਲਾ ਕੰਸੈਪਟ ਕੰਪਲੀਟ ਹੈ, ਚੈਪਟਰ ਆਪਣਾ ਗ੍ਰੈਵੀਟੇਸ਼ਨ ਦਾ। ਸੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਐਂਡ ਸ਼ੇਅਰ ਕਰ ਦਿਓ। ਮਿਲਾਂਗੇ ਇਹ ਜਿਹੇ ਕੰਟੈਂਟ ਦੇ ਨਾਲ ਰੈਗੂਲਰਲੀ। ਇਸ ਤੋਂ ਬਾਅਦ ਨੈਕਸਟ ਚੈਪਟਰ ਆਪਾਂ ਆ ਗਿਆ ਸਟ੍ਰੈਸ ਵਾਲਾ, ਸਟ੍ਰੈਸ ਸਸਟੇਨ। ਸੋ ਵੀਡੀਓ ਚੰਗੀ ਲੱਗੀ ਤਾਂ ਦੁਬਾਰਾ ਤੋਂ ਕਹਿ ਰਹੇ ਹਾਂ ਜੀ, ਪਲੀਜ਼ ਲਾਈਕ ਐਂਡ ਸ਼ੇਅਰ ਕਰੋ। ਸੋ ਬਾਏ ਬਾਏ।